ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖਵਾਕ ਰਾਮਕਲੀ ਮਹੱਲਾ ਪੰਜਵਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਜਿਸ ਤਰ੍ਹਾਂ ਕਿ ਗੁਰੂ ਕੇ ਪਿਆਰਿਓ ਆਉਣ ਵਾਲੀ 26 ਤਰੀਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ, ਐਸੇ ਦੀਨ ਦਿਆਲ ਸਤਿਗੁਰੂ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਗੁਰਪੁਰਬ ਆਪਾਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਬਹੁਤ ਵਿਰਾਗ ਦੇ ਵਿੱਚ ਆਪਾਂ ਨੇ ਮਨਾਉਣਾ ਹੈ। ਇਸ ਸਬੰਧ ਦੇ ਵਿੱਚ ਕੱਲ ਤੋਂ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਉਹਦੀ ਆਪਾਂ ਨੇ ਆਰੰਭਤਾ ਕਰਨੀ ਕੀਤੀ, ਜਿਸ ਤਹਿਤ ਆਪਾਂ ਨੇ ਗੁਰੂ ਕਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਜਹਾਂਗੀਰ ਬਖਤੀ ਬਾਦਸ਼ਾਹ ਜਿਹੜਾ ਹੈ ਲਾਹੌਰ ਦੇ ਵਿੱਚ ਆਇਆ, ਕਈ ਲੋਕਾਂ ਦੇ ਦਾਸ ਨੇ ਜਿਸ ਤਰ੍ਹਾਂ ਕੱਲ ਦੇ ਦੀਵਾਨ ਦੇ ਵਿੱਚ ਬੇਨਤੀ ਕੀਤੀ ਸੀ, ਕਈ ਜੋ ਕਾਰਨ ਬਣੇ ਸਨ, ਜਿਹਦੇ ਵਿੱਚ ਪ੍ਰਿਥਿਆ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਮਹਾਰਾਜ ਜੀ ਦੀ ਸ਼ਹਾਦਤ ਦੇ ਵਾਸਤੇ। ਚੰਦੂ ਵੀ ਸੀ ਨਾਲ, ਜਿਹੜਾ ਹੈ ਜਹਾਂਗੀਰ ਵੀ ਜੋ ਬਹੁਤ ਤੁਜ਼ਬ ਦੇ ਨਾਲ ਭਰਿਆ ਹੋਇਆ, ਸ਼ੇਖ ਅਹਿਮਦ ਸਰਹੰਦੀ ਆਦਿਕ ਔਰ ਵੀ ਜਿਹੜੇ ਹਨ, ਕਈਆਂ ਨੇ ਜਦੋਂ ਚੁਗਲੀ ਮਾਰਨੀ ਕੀਤੀ, ਕੰਨ ਭਰਨੇ ਕੀਤੇ, 2 ਲੱਖ ਦਾ ਜੁਰਮਾਨਾ ਸਤਿਗੁਰੂ ਮਹਾਰਾਜ ਜੀ ਨੂੰ ਲਾਇਆ ਗਿਆ। ਤੇ ਜਹਾਂਗੀਰ ਨੇ ਕਿਹਾ ਕਿ ਮਹਾਰਾਜ ਆਪ ਜੀ ਸਰਕਾਰੀ ਦਰਬਾਰੀ ਪੇਸ਼ ਹੋ ਤੇ ਆਪਣਾ ਜਿਹੜਾ ਪੱਖ ਆਪ ਜੀ ਰੱਖਣਾ ਕਰੋ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਦੇ ਵਿੱਚ ਗਏ, ਚੰਦੂ ਨੂੰ ਜਦੋਂ ਪਤਾ ਚੱਲਿਆ, ਉਹਨੇ ਰਾਜੇ ਦੇ ਕੰਨ ਭਰਨੇ ਕੀਤੇ। ਆਪ ਜਹਾਂਗੀਰ ਨੇ ਸਤਿਗੁਰੂ ਮਹਾਰਾਜ ਜੀ ਨੂੰ ਸੱਦਿਆ, ਕਿਹਾ ਕਿ ਮਹਾਰਾਜ ਜਿਸ ਤਰ੍ਹਾਂ ਕਿ ਦਾਸ ਨੇ ਕੱਲ ਦੇ ਦੀਵਾਨ ਦੇ ਵਿੱਚ ਵੀ ਬੇਨਤੀ ਕੀਤੀ ਸੀ, ਇਹ ਜੋ ਵੱਡੇ ਲੋਕ ਹੁੰਦੇ ਹਨ ਬੜੇ ਬੇਈਮਾਨ ਹੁੰਦੇ, ਜ਼ਿਆਦਾਤਰ ਹੁੰਦਾ ਕੁਛ ਔਰ ਹੁੰਦਾ ਮਨ ਵਿੱਚ। ਮਹਾਰਾਜ ਜੀ ਨੇ ਕਿਹਾ ਨਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਜਿਨ੍ਹਾਂ ਦੇ ਮਨ ਵਿੱਚ ਕੁਛ ਹੋਵੇ, ਮੂੰਹ ਦੇ ਵਿੱਚ ਕੁਛ ਔਰ ਹੋਵੇ। ਮਹਾਰਾਜ ਜੀ ਨੇ ਉਹਨਾਂ ਨੂੰ ਕੱਚੇ ਕਿਹਾ, ਕੱਚੇ, ਕਿਉਂਕਿ ਇਹ ਚਾਹੁੰਦਾ ਸੀ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਮੈਂ ਫਸਾਵਾਂ, ਗੱਲਾਂ ਬਾਤਾਂ ਦੇ ਵਿੱਚ ਮੈਂ ਉਲਝਾ ਦੇਵਾਂ। ਜਦੋਂ ਮਹਾਰਾਜ ਜੀ ਆਏ ਤੇ ਮਹਾਰਾਜ ਜੀ ਨੂੰ ਪੁੱਛਦਾ, ਮਹਾਰਾਜ ਜੀ ਆਪ ਜੀ ਦੱਸੋ ਕਿ ਹਿੰਦੂ ਵੱਡਾ ਕਿ ਮੁਸਲਮਾਨੋਈ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ, ਕੌਣ ਨਰਕਾਂ ਨੂੰ ਜਾਵੇਗਾ, ਕੌਣ ਬਹਿਸ਼ਤਾਂ ਨੂੰ ਜਾਵੇਗਾ, ਇਹਦਾ ਆਪ ਜੀ ਨਿਰਣਾ ਕਰਨਾ ਕਰੋ। ਕਿਉਂਕਿ ਇਹ ਫਸਾਉਣਾ ਚਾਹੁੰਦਾ ਸੀ ਮਹਾਰਾਜ ਜੀ ਨੂੰ। ਜੇ ਮਹਾਰਾਜ ਜੀ ਕਹਿ ਦਿੰਦੇ ਕਿ ਭਾਈ ਹਿੰਦੂ ਵੱਡਾ ਹੈ, ਤੇ ਇਹਨੇ ਕਹਿਣਾ ਕਿ ਭਾਈ ਮਹਾਰਾਜ ਤੁਸਾਂ ਨੇ ਇਸਲਾਮ ਦੀ ਤੌਹੀਨ ਕਰਨੀ ਕੀਤੀ, ਇਸਲਾਮ ਦੀ ਨਿੰਦਿਆ ਕੀਤੀ ਹੈ, ਤੁਹਾਨੂੰ ਮੈਂ ਸਜ਼ਾ ਦੇਵਾਂਗਾ। ਜੇ ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਕਈ ਵਾਰੀ ਪਿਆਰਿਓ ਬੰਦੇ ਦੀ ਫਿਤਰਤ ਹੁੰਦੀ ਹੈ, ਜਿਹੜੇ ਕੱਚੇ ਹੁੰਦੇ, ਉਹ ਮੌਕਾ ਵੇਖ ਕਰਕੇ ਸਮੇਂ ਦੇ ਅਨੁਸਾਰ ਉਹ ਬਦਲ ਜਾਂਦੇ ਹਨ, ਪਾਸਾ ਵੱਟ ਲੈਂਦੇ ਹਨ, ਤੇ ਉਹ ਚੱਲਦੀ ਨਾ। ਉਹ ਬੰਦਾ ਕਵੇ ਕਿ ਭਾਈ ਕੌਣ ਵੱਡਾ ਤੇ ਕੌਣ ਛੋਟਾ, ਜਿਹਦਾ ਰਸੂਖਦਾਰ ਬੰਦਾ ਜਿਹਦੀ ਚੱਲਦੀ ਹੋਵੇ, ਆਪਾਂ ਵੀ ਪਿਆਰਿਓ ਕਈ ਵਾਰੀ ਕਹਿ ਦਿੰਦੇ ਆ, ਮਨ ਵਿੱਚ ਡਰ ਹੁੰਦਾ ਕਿ ਨਹੀਂ ਭਾਈ ਤੂੰ ਵੱਡਾ ਹੈ, ਬੁਰੇ ਤੋਂ ਕਹਿੰਦੇ ਨਾ ਖੁਦਾ ਵੀ ਡਰੇ। ਜੇ ਸਤਿਗੁਰੂ ਮਹਾਰਾਜ ਮੰਨ ਲਿਆ ਜਾਵੇ, ਕਹਿ ਦਿੱਤਾ ਕਿ ਇਸਲਾਮ ਬਹੁਤ ਵਧੀਆ ਧਰਮ ਹੈ, ਇਸਲਾਮ ਦੇ ਵਿੱਚ ਸ਼ਰੀਆ ਦੇ ਵਿੱਚ ਰਹਿਣ ਵਾਲੇ ਉਹ ਬਹਿਸ਼ਤਾਂ ਨੂੰ ਜਾਣਗੇ, ਫਿਰ ਇਹਦਾ ਮਨ ਸੀ ਕਿ ਮੈਂ ਮਹਾਰਾਜ ਜੀ ਨੂੰ ਕਹਾਂ, ਮਹਾਰਾਜ ਤੁਸੀਂ ਆਪ ਕਹਿੰਦੇ ਮੁਸਲਮਾਨ ਸਵਰਗਾਂ ਨੂੰ ਜਾਂਦਾ, ਬਹਿਸ਼ਤਾਂ ਨੂੰ ਜਾਂਦਾ, ਫਿਰ ਆਪਣਾ ਧਰਮ ਤਿਆਗ ਕਰਕੇ ਸਾਡੇ ਧਰਮ ਦੇ ਵਿੱਚ ਆਓ। ਇਸ ਤਰ੍ਹਾਂ ਇਹਨੇ ਮਹਾਰਾਜ ਜੀ ਨੂੰ ਪ੍ਰਸ਼ਨ ਪਾਇਆ। ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਪੰਡਤ ਮੁੱਲਾ ਛਾੜੇ ਦੋ, ਕਿ ਅਸਾਂ ਨੇ ਤਾਂ ਪੰਡਤਾਂ ਦਾ ਵੀ ਖਹਿੜਾ ਛੱਡ ਦਿੱਤਾ, ਮੁਲਾਣਿਆਂ ਦਾ ਵੀ ਅਸਾਂ ਨੇ ਖਹਿੜਾ ਛੱਡ ਦਿੱਤਾ। ਮਹਾਰਾਜ ਜੀ ਨੂੰ ਪੁੱਛਦੇ ਤੇ ਮਹਾਰਾਜ ਜੀ ਕਿਹਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ ਪ੍ਰਾਨ।
ਤੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਇਹ ਵੀ ਕਿਹਾ, ਹਿੰਦੂ ਅੰਨਾ ਤੁਰਕੂ ਕਾਨਾ ਦੁਹਾਂ ਤੇ ਗਿਆਨੀ, ਸਿਆਣਾ ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ ਨਾਮੈ ਸੋਈ ਸੇਵਿਆ, ਜਹ ਦੇਹੁਰਾ ਨਾ ਮਸੀਤ। ਮੈਂ ਤਾਂ ਭਾਈ ਨਾ ਮੰਦਰ ਦੇ ਨਾ ਪੱਥਰਾਂ ਦੇ ਅੱਗੇ ਝੁਕਦਾ, ਨਾ ਕਬਰਾਂ ਦੇ ਅੱਗੇ, ਮੈਂ ਤਾਂ ਸਾਰਿਆਂ ਦੇ ਵਿੱਚ ਜਿਹੜਾ ਰੱਬ ਵਸਦਾ ਮੈਂ ਉਹਦੇ ਅੱਗੇ ਝੁਕਦਾ ਹਾਂ। ਹੁਣ ਸਤਿਗੁਰੂ ਮਹਾਰਾਜ ਕੀ ਜਵਾਬ ਦਿੰਦੇ ਹਨ, ਆਓ ਪਿਆਰਿਓ ਉਹ ਪਾਵਨ ਪ੍ਰਸੰਗ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦਿਆਂ ਪ੍ਰੇਮ ਤੇ ਸਤਿਕਾਰ ਦੇ ਵਿੱਚ ਆ ਕਰਕੇ ਦੋਵੇਂ ਹੱਥ ਜੋੜ ਕਰਕੇ ਸੀਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਝੁਕਾ ਕੇ ਉਚਾਰਨ ਕਰਨਾ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖਵਾਕ ਰਾਮਕਲੀ ਮਹੱਲਾ ਪੰਜਵਾ। ਸਤਿਗੁਰੂ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਵਕਤੀ ਬਾਦਸ਼ਾਹ ਜਹਾਂਗੀਰ ਨੇ ਪੁੱਛਿਆ, ਮਹਾਰਾਜ ਕੌਣ ਵੱਡਾ ਹੈ, ਹਿੰਦੂ ਤੇ ਮੁਸਲਮਾਨ, ਹਿੰਦੂ ਚੰਗੇ ਕਿ ਮੁਸਲਮਾਨ ਚੰਗਾ, ਹਿੰਦੂ ਦੀ ਜੋ ਪੂਜਾ ਦੀ ਪੱਧਤੀ ਹੈ ਉਹ ਠੀਕ ਹੈ ਕਿ ਮੁਸਲਮਾਨ ਦੀ ਸ਼ਰੀਆ ਠੀਕ ਹੈ? ਤਾਂ ਸਤਿਗੁਰੂ ਮਹਾਰਾਜ ਜੀ ਨੇ ਜੋ ਰਾਮਕਲੀ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਸੀ ਉਹ ਪ੍ਰਮਾਣ ਵਜੋਂ ਮਹਾਰਾਜ ਜੀ ਨੇ ਇੱਥੇ ਰਾਜੇ ਨੂੰ ਸੁਣਾਇਆ ਹੈ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਸਤਿਗੁਰੂ ਜੀ ਕਹਿਣ ਲੱਗੇ, ਬਾਦਸ਼ਾਹ ਕੋਈ ਉਹ ਪ੍ਰਮਾਤਮਾ ਤਾਂ ਇੱਕ ਹੈ, ਭਾਵੇਂ ਉਹਨੂੰ ਜੋ ਮਰਜੀ ਬੋਲ ਲਿਓ, ਉਹ ਹੈ ਪ੍ਰਮਾਤਮਾ ਇੱਕ। ਹਿੰਦੂ ਉਹਨੂੰ ਰਾਮ ਕਰਕੇ ਯਾਦ ਕਰਦਾ ਤੇ ਮੁਸਲਮਾਨ ਜੋ ਤੁਹਾਡੇ ਧਰਮ ਵਾਲੇ ਉਹ ਉਹਨੂੰ ਖੁਦਾ ਕਰਕੇ ਯਾਦ ਕਰਦੇ ਹਨ। ਕੋਈ ਸੇਵੈ ਗੁਸਈਆਂ। ਕੋਈ ਗੁਸਾਈ ਪਰਮਾਤਮਾ ਕਰਕੇ ਗੋਸਵਾਮੀ ਕਰਕੇ ਉਹਨੂੰ ਯਾਦ ਕਰਦਾ। ਕੋਈ ਅੱਲਾਹੇ। ਕੋਈ ਅੱਲਾਹ ਕਰਕੇ ਲਾ ਇਲਾ ਇल्लल्लाह ਕਰਕੇ ਕਿ ਭਾਈ ਅੱਲਾਹ ਇੱਕ ਹੈ, ਉਸ ਇੱਕ ਅੱਲਾਹ ਤੋਂ ਇਲਾਵਾ ਕੋਈ ਅੱਲਾਹ ਨਹੀਂ ਹੈ, ਭਾਵ ਕਿ ਮੁਸਲਮਾਨ ਅੱਲਾਹ ਕਰਕੇ ਉਹਨੂੰ ਯਾਦ ਕਰਦੇ। ਕਾਰਨ ਕਰਨ ਕਰੀਮ। ਉਹ ਸਾਰਿਆਂ ਦਾ ਕਰਨਹਾਰ ਹੈ, ਸਾਰਿਆਂ ਦਾ ਉਹ ਕਰਤਾ ਧਰਤਾ ਹੈ ਤੇ ਕਰੀਮ ਉਹ ਕਰਮ ਕਰਨ ਵਾਲਾ ਰਹਿਮ ਕਰਨ ਵਾਲਾ ਹੈ। ਕਿਰਪਾ ਧਾਰ ਰਹੀਮ। ਤੇ ਹਿੰਦੂ ਜਿਹੜੇ ਹਨ ਉਹਨੂੰ ਕਿਰਪਾ ਧਾਰ ਕਰਕੇ ਕਹਿੰਦੇ ਹਨ ਰਹੀਮ, ਸਾਰਿਆਂ ਦੇ ਉੱਤੇ ਜਾਏ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਗੱਲ ਸਿਰਫ ਸ਼ਬਦਾਂ ਦੀ ਇਹ ਗੱਲ ਹੈ, ਸ਼ਬਦਾਂ ਦਾ ਭੇਦ ਹੈ। ਜਿਸ ਤਰ੍ਹਾਂ ਕਿ ਹਿੰਦੂ ਜਿਹੜਾ ਹੈ ਜਦੋਂ ਆਪਣੇ ਧਰਮ ਅਸਥਾਨ ਤੇ ਜਾਂਦਾ ਨਾ, ਉਹ ਬੋਲਦਾ ਕਿ ਭਾਈ ਮੈਂ ਤੀਰਥ ਦਾ ਇਸ਼ਨਾਨ ਕਰਨਾ, ਮੈਂ ਤੀਰਥ ਦੀ ਯਾਤਰਾ ਕਰਨੀ ਹੈ। ਯਾਤਰਾ ਤਾਂ ਉਹ ਵੀ ਤੀਰਥਾਂ ਦੀ ਕਰਦਾ, ਧਰਮ ਅਸਥਾਨਾਂ ਦੀ ਯਾਤਰਾ ਨੂੰ ਉਹ ਤੀਰਥ ਬੋਲਦੇ ਹਨ। ਇਸ ਤਰ੍ਹਾਂ ਹੀ ਮੁਸਲਮਾਨ ਵੀ ਪਿਆਰਿਓ ਉਹ ਕੀ ਕਹਿੰਦੇ, ਉਹ ਇਹ ਨਹੀਂ ਕਹਿੰਦੇ ਕਿ ਭਾਈ ਮੈਂ ਤੀਰਥ ਯਾਤਰਾ ਕਰਨੀ ਹੈ। ਕੋਈ ਵੀ ਮੁਸਲਮਾਨ ਜਦੋਂ ਉਹ ਜਾਂਦਾ ਨਾ ਕਾਬੇ ਸ਼ਰੀਫ ਦੇ ਵਿੱਚ ਤੇ ਉੱਥੇ ਜਦੋਂ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਮੈਂ ਹੱਜ ਕਰਨ ਵਾਸਤੇ ਜਾਣਾ ਹੈ, ਮੈਂ ਕਾਬੇ ਦੀ ਜ਼ਿਆਰਤ ਕਰਨ ਵਾਸਤੇ ਜਾਣਾ। ਸਿਰਫ ਪਿਆਰਿਓ ਇਹ ਸ਼ਬਦਾਂ ਦਾ ਭੇਦ ਹੈ, ਸ਼ਬਦਾਂ ਦਾ ਫਰਕ ਹੈ। ਯਾਤਰਾ ਤਾਂ ਉਹ ਵੀ ਧਰਮ ਅਸਥਾਨਾਂ ਦੀ ਕਰਦਾ ਹੈ ਲੇਕਿਨ ਉਹਨੂੰ ਜ਼ਿਆਰਤ ਬੋਲਦਾ ਹੈ, ਤੇ ਹੱਜ ਕਰਨਾ ਕਹਿੰਦਾ। ਯਾਤਰਾ ਤਾਂ ਹਿੰਦੂ ਵੀ ਕਰਦਾ, ਉਹ ਕਹਿੰਦਾ ਕਿ ਮੈਂ ਤੀਰਥਾਂ ਦੇ ਉੱਤੇ ਜਾਣਾ। ਕੋਈ ਕਰੇ ਪੂਜਾ ਕੋਈ ਸਿਰ ਨਿਵਾਏ। ਹੈ ਤਾਂ ਉਹ ਇੱਕ ਪ੍ਰਮਾਤਮਾ, ਇੱਕ ਹਿੰਦੂ ਜਿਹੜਾ ਹੈ ਉਹ ਪੂਜਾ ਕਰਦਾ ਹੈ, ਤਰ੍ਹਾਂ ਤਰ੍ਹਾਂ ਦੀ ਵਿਧੀ ਬਣਾ ਕਰਕੇ ਪੂਜਾ ਕਰਦਾ, ਲੇਕਿਨ ਮੁਸਲਮਾਨ ਪਿਆਰਿਓ ਪੂਜਾ ਨਹੀਂ ਕਰਦੇ ਹਨ। ਉਹ ਕੀ ਕਰਦੇ, ਜਦੋਂ ਨਮਾਜ਼ ਅਦਾ ਕਰਦੇ ਸਿਰ ਝੁਕਾਉਂਦੇ ਹਨ, ਗੋਡੇ ਭਾਰ ਬੈਠ ਕਰਕੇ ਝੁਕ ਕਰਕੇ
ਮੱਥਾ ਜਿਹੜਾ ਹੈ ਧਰਤੀ ਤੇ ਲਾ ਕਰਕੇ, ਨੱਕ ਰਗੜ ਕਰਕੇ। ਕਈ ਵਾਰੀ ਪਿਆਰਿਓ ਆਪਨੇ ਵੇਖਿਆ ਹੋਵੇਗਾ, ਕਈ ਜਿਹੜੇ ਨਮਾਜ਼ੀ ਜਿਹੜੇ ਹੁੰਦੇ ਹਨ, 5 ਵਕਤਾਂ ਦੀ ਜੋ ਨਮਾਜ਼ ਪੜ੍ਹਨ ਵਾਲੇ, ਉਹਨਾਂ ਦੇ ਮੱਥਿਆ ਜਿਹੜਾ ਹੈ ਉਹ ਇੱਕਦਮ ਕਾਲਾ ਹੋ ਜਾਂਦਾ, ਕਿਉਂਕਿ ਜਿਸ ਪਾਸੇ ਆਪਾਂ ਬਹੁਤ ਜ਼ਿਆਦਾ ਚਮੜੀ ਨੂੰ ਰਗੜਦੇ ਹਾਂ ਉਹ ਹਿੱਸਾ ਜਿਹੜਾ ਹੈ ਕਾਲਾ ਬਣ ਜਾਂਦਾ ਹੈ। ਤੇ ਜਿਹੜੇ ਨਮਾਜ਼ੀ, ਜਿਹੜੇ ਨਮਾਜ਼ ਪੜ੍ਹਨ ਵਾਲੇ, ਉਹ ਕੀ ਕਰਦੇ ਹਨ, ਝੋਕ ਕਰਕੇ ਜਦੋਂ ਸਿਜਦਾ ਕਰਦੇ ਤੇ ਧਰਤੀ ਦੇ ਉੱਤੇ ਉਹ ਮੱਥਾ ਰਗੜਦੇ ਹਨ। ਮਹਾਰਾਜ ਜੀ ਨੇ ਕਿਹਾ ਹਿੰਦੂ ਪੂਜਾ ਕਰਦਾ ਤੇ ਮੁਸਲਮਾਨ ਸਿਰ ਝੁਕਾਉਂਦਾ ਹੈ, ਸਿਰ ਰਗੜਦਾ ਹੈ ਤਾਂ ਪੂਜਾ ਵੀ ਪਰਮਾਤਮਾ ਦੀ ਹੈ ਤੇ ਸਿਰ ਵੀ ਜਿਹੜਾ ਮੁਸਲਮਾਨ ਝੁਕਾ ਰਿਹਾ, ਰਗੜ ਰਿਹਾ, ਉਹ ਵੀ ਪਰਮਾਤਮਾ ਦੇ ਅੱਗੇ ਹੈ। ਕੋਈ ਪੜ੍ਹੈ ਵੇਦ ਕੋਈ ਕਤੇਬ। ਸਤਿਗੁਰੂ ਜੀ ਮਹਾਰਾਜ ਜੀ ਨੇ ਅੱਗੇ ਕਿਹਾ ਕੋਈ ਵੇਦਾਂ ਦਾ ਪਾਠ ਕਰਦਾ ਤੇ ਮੁਸਲਮਾਨ ਵੇਦ ਨਹੀਂ ਪੜ੍ਹਦੇ ਹਨ, ਉਹਨਾਂ ਦੇ ਧਰਮ ਗ੍ਰੰਥ ਕਤੇਬ ਹਨ। ਕੁਰਾਨ ਸ਼ਰੀਫ, ਤੌਰੇਤ, ਅੰਜੀਲ ਆਦਿਕ, ਤਾਲਮੁਦ ਆਦਿਕ, ਇਹ ਗ੍ਰੰਥਾਂ ਦਾ ਉਹ ਪਾਠ ਕਰਦੇ। ਕੋਈ ਓਢੈ ਨੀਲ ਕੋਈ ਸੁਪੇਦ। ਕੋਈ ਕਹਿੰਦਾ ਕਿ ਭਾਈ ਨੀਲਾ ਕੱਪੜਾ ਜਿਹੜਾ ਹੈ ਉਹਨੂੰ ਧਾਰਨ ਕਰਨਾ ਚਾਹੀਦਾ, ਕਿਉਂਕਿ ਮੁਸਲਮਾਨੀ ਸ਼ਰੀਆ ਦੇ ਵਿੱਚ ਨੀਲੇ ਨੂੰ ਬੜਾ ਪਾਕ ਮੰਨਿਆ ਗਿਆ। ਲੇਕਿਨ ਹਿੰਦੂਇਜ਼ਮ ਦੇ ਵਿੱਚ ਪਿਆਰਿਓ ਉਹ ਚਿੱਟਾ ਕੱਪੜਾ ਧਾਰਨ ਕਰਦੇ ਹਨ। ਕੋਈ ਕਹੈ ਤੁਰਕ ਕੋਈ ਕਹੈ ਹਿੰਦੂ। ਹੈ ਤਾਂ ਸਾਰੇ ਰੱਬ ਦੇ ਰੂਪ ਹਨ, ਸਿਰਫ ਨਾਵਾਂ ਦਾ ਫਰਕ ਹੈ, ਕੁਛ ਚੁਣਾਵ ਦਾ ਫਰਕ ਹੈ। ਜਿਸ ਤਰ੍ਹਾਂ ਕਿ ਕੱਪੜਾ ਤਾਂ ਕੱਪੜਾ ਹੀ ਹੈ, ਰੰਗ ਤਾਂ ਪਿਆਰਿਓ ਰੰਗ ਵੀ ਰੰਗ ਹੀ ਹੈ ਨਾ। ਮਹਾਰਾਜ ਜੀ ਨੇ ਤਾਂ ਨਿਬੇੜਾ ਕਰ ਦਿੱਤਾ, ਕਹਿ ਦਿੱਤਾ ਰੰਗ ਸਭੇ ਨਾਰਾਇਣ ਹੈ ਜੇ ਤੇ ਮਨ ਭਾਵਨ। ਜੋ ਵੀ ਪਿਆਰਿਓ ਤੁਹਾਨੂੰ ਭਾ ਜਾਵੇ ਨਾ, ਹੈ ਤਾਂ ਸਾਰੇ ਰੰਗ ਪ੍ਰਮਾਤਮਾ ਦੇ ਹੀ ਹਨ। ਲੇਕਿਨ ਕੀ ਹੁੰਦਾ, ਕਈ ਵਾਰੀ ਕਈ ਕਹਿੰਦੇ ਕਿ ਆ ਵਸਤਰ ਪਾ ਲਿਆ ਜੀ ਤੂੰ, ਉਹ ਸਿਰਫ ਰੰਗ ਬਦਲਣ ਦੇ ਨਾਲ ਪਿਆਰਿਓ ਜਾਤੀ ਥੋੜੀ ਬਦਲ ਜਾਂਦੀ ਹੈ। ਹਾਂ, ਕਿਸੇ ਧਰਮ ਦੇ ਵਿੱਚ ਕੋਈ ਕੱਪੜਾ, ਕੋਈ ਰੰਗ ਦਾ ਕੱਪੜਾ, ਉਹਦੀ ਮਹਾਨਤਾ ਜ਼ਿਆਦੀ ਹੈ, ਕਿਹਦੇ ਵਿੱਚ ਉਹਦੀ ਨਿਖੇਧੀ ਕੀਤੀ ਗਈ ਹੈ। ਲੇਕਿਨ ਰੰਗ ਤਾਂ ਸਾਰੇ ਪਾਉਂਦੇ ਹਨ, ਕੋਈ ਨੀਲਾ ਪਾਉਂਦਾ, ਕੋਈ ਸਫੇਦ ਓੜਦਾ। ਕੋਈ ਬਾਂਛ ਭੇਸਤ ਕੋਈ ਸੁਰਗਿੰਦੂ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕੋਈ ਕਹਿੰਦਾ ਮੈਂ ਤੁਰਕ ਹਾਂ, ਕੋਈ ਹਿੰਦੂ ਕਹਿੰਦਾ, ਕੋਈ ਕਹਿੰਦਾ ਕਿ ਮੈਂ ਭੇਸਤੀ। ਜਿਹੜੇ ਮੁਸਲਮਾਨ ਜਿਹੜੇ ਹਨ, ਫਰਕ ਪਿਆਰਿਓ ਭਾਸ਼ਾ ਦਾ ਹੈ, ਲਫ਼ਜ਼ਾਂ ਦਾ, ਸ਼ਬਦਾਂ ਦਾ ਫਰਕ ਹੈ। ਜਿਹਨੂੰ ਆਪਾਂ ਸਵਰਗ ਬੋਲਦੇ ਹਾਂ, ਇਹਦਾ ਟ੍ਰਾਂਸਲੇਸ਼ਨ ਤੁਸੀਂ ਅਰਬੀ ਭਾਸ਼ਾ ਦੇ ਵਿੱਚ ਕਰਦੇ ਹੋ। ਅਰਬੀ ਦੇ ਵਿੱਚ, ਫਾਰਸੀ ਦੇ ਵਿੱਚ ਸਵਰਗ ਨੂੰ ਉਹ ਭੇਸਤ ਬੋਲਦੇ, ਸਿਰਫ ਨਾਮ ਦਾ ਹੀ ਫਰਕ ਹੈ। ਹਿੰਦੂ ਬੋਲਦਾ ਮੈਂ ਸਵਰਗਾਂ ਨੂੰ ਜਾਂਦਾ ਹਾਂ, ਉਹੀ ਸ਼ਬਦ ਹੈ ਤਾਂ ਉਹ ਇੱਕੋ ਹੀ ਜਗ੍ਹਾ, ਲੇਕਿਨ ਕਈ ਨਾਮ। ਹਿੰਦੂ ਉਹਦਾ ਨਾਮ ਜਿਹੜਾ ਸਵਰਗ ਕਰਕੇ ਲੈਂਦਾ, ਮੁਸਲਮਾਨ ਉਹਨੂੰ ਭੇਸਤ ਕਰਕੇ ਸੰਬੋਧਨ ਕਰਦੇ ਹਨ। ਕਹੋ ਨਾਨਕ ਜਿਨ ਹੁਕਮ ਪਛਾਤਾ। ਸਤਿਗੁਰੂ ਮਹਾਰਾਜ ਜੀ ਨੇ ਅਖੀਰ ਦੀਆਂ ਇਹਨਾਂ ਪੰਕਤੀਆਂ ਦੇ ਵਿੱਚ ਸ਼ੰਕੇ ਦੀ ਨਿਵਰਤੀ ਕਰਨੀ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਸ ਨੇ ਪ੍ਰਮਾਤਮਾ ਦਾ ਹੁਕਮ ਪਹਿਚਾਨਣਾ ਕੀਤਾ, ਰੱਬ ਸਾਹਿਬ ਕਾ ਤਿਨ ਭੇਦ ਜਾਤਾ। ਅਸਲ ਦੇ ਵਿੱਚ ਸਿਰਫ ਹਿੰਦੂ ਤੇ ਮੁਸਲਮਾਨ ਬਣਨ ਦੇ ਨਾਲ ਕੋਈ ਰੱਬ ਦਾ, ਪ੍ਰਮਾਤਮਾ ਦਾ, ਅੱਲਾਹ ਤਾਲਾ ਦਾ ਭੇਦ ਨਹੀਂ ਜਾਣ ਸਕਦਾ ਹੈ। ਭਾਵ ਕਿ ਪ੍ਰਮਾਤਮਾ ਦਾ ਭੇਦ ਉਹੀ ਜਾਣ ਸਕਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਕੀਤਾ। ਉਹਦਾ ਹੁਕਮ ਕੀ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਵਿੱਚ ਰੱਬ ਦੀ ਜੋਤ ਵਰਤ ਰਹੀ ਹੈ, ਭਾਵੇਂ ਕੋਈ ਹਿੰਦੂ ਬੋਲੋ, ਭਾਵੇਂ ਕੋਈ ਮੁਸਲਮਾਨ ਹੈ, ਤਾਂ ਕਹੋ ਕਬੀਰ ਹਮ ਰਾਮ ਕੀ ਅੰਸ਼। ਸਾਰੇ ਹੈ ਤਾਂ ਪ੍ਰਮਾਤਮਾ ਦੇ ਬੰਦੇ ਹਨ। ਤੇ ਜਿਨ੍ਹਾਂ ਨੇ ਇਹ ਹੁਕਮ ਮੰਨ ਲੈਣਾ ਕੀਤਾ ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਭਾਈ ਸਿਰਫ ਸ਼ਬਦਾਂ ਦਾ ਭੇਦ ਹੈ, ਅੱਖਰਾਂ ਦਾ ਭੇਦ ਹੈ, ਨਾਮਾਂ ਦਾ ਭੇਦ ਹੈ। ਜਿਸ ਤਰ੍ਹਾਂ ਕਿ ਪਿਆਰਿਓ ਕੋਈ ਇੱਕ ਬੰਦਾ ਹੁੰਦਾ, ਉਹਦੇ ਕਈ ਨਾਮ ਹੁੰਦੇ ਹਨ। ਮਾਂ ਉਹਨੂੰ ਵੱਖਰੇ ਨਾਮ ਦੇ ਨਾਲ ਬੁਲਾਉਂਦੀ ਹੈ, ਸਕੂਲਾਂ ਦੇ ਵਿੱਚ ਉਹਦਾ ਵੱਖਰਾ ਨਾਮ ਹੁੰਦਾ ਹੈ, ਉਹਦੇ ਮਿੱਤਰ ਸੱਜਣ ਵੱਖਰਾ ਨਾਮ ਲੈ ਕਰਕੇ ਉਹਨੂੰ ਬੁਲਾਉਂਦੇ। ਹੈ ਤਾਂ ਬੰਦਾ ਇੱਕ, ਲੇਕਿਨ ਨਾਮਾਂ ਦੇ ਨਾਲ ਬੰਦੇ ਥੋੜੀ ਬਦਲ ਜਾਂਦੇ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਕਿਹਾ ਕਿ ਰੱਬ ਪਰਮਾਤਮਾ ਅੱਲਾਹ ਤਾਲਾ ਇੱਕ ਹੈ, ਉਹਨੂੰ ਵੱਖਰੇ ਵੱਖਰੇ ਨਾਮਾਂ ਦੇ ਨਾਲ, ਵੱਖਰੇ ਵੱਖਰੇ ਕਰਮ ਕਾਂਡਾਂ ਦੇ ਨਾਲ
ਉਹਦੀ ਸੇਵਾ ਕਰਦੇ ਹਨ। ਦੋਹਰਾ ਸ਼੍ਰੀ ਪਰਮੇਸ਼ਰ ਏਕ ਹੈ, ਝਗਰਤ ਦੋਇ ਬਤਾ। ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਵਿਆਖਿਆ ਕਰਨੀ ਕੀਤੀ ਕਿ ਆ ਜਹਾਂਗੀਰ ਪਰਮਾਤਮਾ ਤਾਂ ਇੱਕ ਹੈ, ਲੇਕਿਨ ਇਹ ਝਗੜਨ ਵਾਲੇ ਹਿੰਦੂ ਤੇ ਮੁਸਲਮਾਨ ਦੋ ਕਹਿ ਕਰਕੇ ਝਗੜਾ ਪਾਉਂਦੇ। ਸੁਨਹੁ ਸ਼ਾਉ ਨਿਸ਼ਚੈ ਕਰਹੁ, ਏਕੋ ਰਾਮ ਖੁਦਾ। ਇਸ ਕਰਕੇ ਐਸ਼ਾ ਬਾਦਸ਼ਾਹ ਤੂੰ ਨਿਸ਼ਚਾ ਕਰਨਾ ਕਰ, ਰਾਮ ਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਅਰਥ ਕਿਰਪਾਲ ਰਹੀਮ ਕੋ, ਏਕੋ ਜਾਣਿਓ ਜਾਏ। ਜੇ ਕਿਰਪਾਲ ਦਾ ਤੇ ਰਹੀਮ ਦਾ ਤੂੰ ਅਰਥ ਕਰ ਲੈਣਾ ਕਰ। ਕਿਰਪਾਲ ਦਾ ਅਰਥ ਸਿੱਧੀ ਗੱਲ ਹੈ ਪਿਆਰਿਓ, ਕਿਰਪਾਲ ਦਾ ਮਤਲਬ ਕਿਰਪਾ ਕਰਨ ਵਾਲਾ। ਇਹ ਆਪਾਂ ਬੋਲਦੇ ਹਾਂ ਕਿਰਪਾਲ ਸ਼ਬਦ, ਲੇਕਿਨ ਅਰਬੀ ਫਾਰਸੀ ਦੇ ਵਿੱਚ ਉਹ ਕਿਰਪਾਲ ਨਹੀਂ ਬੋਲਦੇ, ਉਹ ਰਹੀਮ ਬੋਲਦੇ। ਰਹੀਮ ਦਾ ਕੀ ਮਤਲਬ ਹੈ? ਰਹਿਮ ਕਰਨ ਵਾਲਾ, ਕਿਰਪਾ ਕਰਨ ਵਾਲਾ। ਸਿਰਫ ਸ਼ਬਦਾਂ ਦਾ ਭੇਦ ਹੈ। ਕਿਰਪਾਲ ਬੋਲਦੇ ਹੋ ਤੇ ਮੁਸਲਮਾਨਾਂ ਨੂੰ ਅੱਗ ਲੱਗ ਜਾਂਦੀ ਹੈ। ਜੇ ਆਪਾਂ ਬੋਲ ਦਈਏ ਕਿ ਭਾਈ ਉਹ ਰਹੀਮ ਹੈ ਤੇ ਹਿੰਦੂਆਂ ਨੂੰ ਅੱਗ ਲੱਗ ਜਾਂਦੀ ਹੈ। ਪੱਖ ਬਾਦ ਕਰ ਪਰਸਪਰ, ਝੂਠੇ ਦੋਏ ਬਨਾਏ। ਇਹ ਝੂਠੇ ਲੋਕ ਜਿਹੜੇ ਹਨ, ਇਹ ਝੂਠੇ ਲੋਕ ਆਪਸ ਦੇ ਵਿੱਚ ਇਹ ਸ਼ਬਦਾਂ ਦਾ ਬਖੇੜਾ ਖੜਾ ਕਰਕੇ ਇਹ ਪੱਖਪਾਤ ਕਰਦੇ ਹਨ। ਇਹ ਦੋ ਮੋਹ ਬਾਦ ਮੋਹ ਪਚੇ, ਇਨ ਤੇ ਨਾਥ ਨਿਰਾਲੇ ਬਚੇ। ਜਾਂ ਤੇ ਛੂਟ ਗਇਓ ਭ੍ਰਮ ਉਰਕਾ, ਤਹਿ ਆ ਗਏ ਹਿੰਦੂ ਕਿਆ ਤੁਰਕਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਨਾ, ਇਹ ਦੋ ਜਿਹੜੇ ਹਨ ਹਿੰਦੂ ਤੇ ਮੁਸਲਮਾਨ, ਇਹ ਪੱਖਪਾਤ ਦੇ ਵਿੱਚ ਫਸ ਗਏ। ਜਿਹਦੇ ਮਨ ਦਾ ਭਰਮ ਚੱਲ ਗਿਆ ਉਹਦੇ ਅੱਗੇ ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ। ਹਮਰੋ ਮਤ ਹੈ ਅਪਰ ਬੇਧ, ਮਿਲਿਓ ਦੋਨੋਂ ਸਾਥ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਾਡਾ ਮਤ ਭਾਈ ਨਿਰਾਲਾ ਮਤ ਹੈ। ਅਸੀਂ ਦੋਵਾਂ ਦਾ, ਸਾਡਾ ਮਤ ਸਿੱਖ ਮਤ ਜਿਹੜਾ ਹੈ ਇਹ ਕਿਹਦਾ ਖੰਡਨ ਨਹੀਂ ਕਰਦਾ, ਇਹ ਦੋਵਾਂ ਨੂੰ ਮੇਲ ਕੇ ਚੱਲਦਾ। ਹਰ ਦੋਨੋਂ ਤੇ ਪ੍ਰਿਥਕ ਪੀ, ਨਹੀਂ ਬਾਦ ਕੀ ਗਾਤ। ਇਹ ਆਪਾਂ ਕਹਿ ਸਕਦੇ ਹਾਂ ਇਹ ਦੋਵਾਂ ਦਾ ਮਿਲਿਆ ਹੋਇਆ ਜਾਂ ਇਹ ਦੋਵਾਂ ਤੋਂ ਵੱਖਰਾ ਮਤ ਹੈ। ਇਸ ਕਰਕੇ ਪਿਆਰਿਓ, ਕਿਉਂਕਿ ਆਪਾਂ ਕਥਾ ਜਿਹੜੀ ਹੈ ਸ਼ਹਾਦਤ ਦੀ ਚੱਲ ਰਹੀ ਹੈ, ਜ਼ਿਆਦਾ ਤਾਂ ਵਿਸਥਾਰ ਨਹੀਂ ਕਰ ਸਕਦੇ ਹਾਂ, ਫਿਰ ਵੀ ਸੰਖੇਪ ਮਾਤਰ। ਆਪ ਜੀ ਕਦੇ ਵੇਖੋ ਹਿੰਦੂਆਂ ਦੇ ਗ੍ਰੰਥਾਂ ਨੂੰ ਪੜ੍ਹ ਕੇ ਵੇਖੋ, ਉਹਨਾਂ ਦਾ ਸਾਹਿਤ, ਵੇਦ ਆਦਿਕ, ਸਿਮਰਤੀਆਂ ਆਦਿਕ, ਕੋਈ ਪਿਆਰਿਓ ਇਸਲਾਮੀ ਮਤ ਦਾ ਨਾਮ ਉਹਦੇ ਵਿੱਚ ਤੁਹਾਨੂੰ ਪ੍ਰਾਪਤ ਨਹੀਂ ਹੋਵੇਗਾ। ਅੱਲਾ, ਰਹੀਮ, ਕਈ ਸਾਮੀ ਮਤ ਦੇ ਜੋ ਕੁਰਾਨ ਸ਼ਰੀਫ ਆਦਿ ਗ੍ਰੰਥ ਹਨ ਉਹਦੇ ਵਿੱਚ ਰਾਮ ਆਦਿਕ, ਕ੍ਰਿਸ਼ਨ ਆਦਿਕ ਜਾਂ ਬਨਵਾਰੀ, ਮਨੋਹਰ, ਮੁਰਲੀਧਰ, ਇਹ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ। ਉਹ ਕਹਿੰਦੇ ਜੇ ਇਸ ਤਰ੍ਹਾਂ ਕੋਈ ਸ਼ਬਦ ਵਰਤ ਦਿੰਦਾ, ਉਹ ਕਹਿ ਦਿੰਦਾ ਕਿ ਭਾਈ ਬਹੁਤ ਵੱਡਾ ਪਾਪ ਹੋ ਗਿਆ, ਮੂੰਹ ਮੇਰਾ ਗੰਦਾ ਹੋ ਗਿਆ। ਲੇਕਿਨ ਗੁਰਬਾਣੀ ਦੇ ਵਿੱਚ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡੀ ਪਿਆਰਿਓ ਗੱਲ ਕਰ ਦਿੱਤੀ। ਮਹਾਰਾਜ ਜੀ ਨੇ ਇਹੀ ਤਾਂ ਸਮਝਾਇਆ ਕਿ ਭਾਈ ਸਿਰਫ ਨਾਮਾਂ ਦੇ ਭੇਦ ਹਨ, ਉਹਨੂੰ ਅੱਲਾ ਕਰਕੇ ਤੁਸੀਂ ਯਾਦ ਕਰੋ, ਖੁਦਾ ਕਰਕੇ ਯਾਦ ਕਰੋ, ਜਾਂ ਰਾਮ ਕਰਕੇ ਯਾਦ ਕਰੋ, ਜਾਂ ਤੁਸੀਂ ਉਹਨੂੰ ਵਾਹਿਗੁਰੂ ਕਰਕੇ ਜਾਂ ਸਤਨਾਮ ਕਰਕੇ ਯਾਦ ਕਰੋ। ਇਹਦੇ ਵਿੱਚ ਭੇਦ ਕੋਈ ਨਹੀਂ ਹੈ। ਤੇਰੀ ਮੂਰਤ ਏਕਾ, ਬਹੁਤ ਰੂਪ ਤੇ ਇੱਕ ਰੂਪ ਹੈ। ਮੂਰਤ ਤਾਂ ਇੱਕ ਹੈ, ਉਹਦੇ ਰੂਪ ਬਹੁਤ ਜ਼ਿਆਦੇ ਹਨ। ਹੈ ਤਾਂ ਪਰਮਾਤਮਾ ਇੱਕ ਹੈ, ਲੇਕਿਨ ਉਹਦੇ ਬੇਅੰਤ ਨਾਮ ਹਨ। ਮਹਾਰਾਜ ਜੀ ਨੇ ਨਾਮਾਂ ਦਾ ਇਹ ਪੱਖਪਾਤ ਬਖੇੜਾ ਜਿਹੜਾ ਹੈ ਉਹਨੂੰ ਖਤਮ ਕਰਨਾ ਕੀਤਾ। ਹੁਕਮ ਜਾਨ ਸਾਹਿਬ ਪ੍ਰਭੂ, ਦੁਖ ਸੁਖ ਜਿਮ ਬਨ ਆਏ। ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਉਹ ਸੁਖ ਦੁੱਖ ਦੇ ਵਿੱਚ ਸਮਾਨ ਰਹਿੰਦੇ, ਪਰਮਾਤਮਾ ਦੇ ਭਾਣੇ ਨੂੰ ਮੰਨਦੇ। ਹਰਖਤ ਰਹਿ ਸਦੀਵ ਹੀ, ਦੋਸ਼ ਨਹੀਂ ਅਰਪਾ। ਉਹ ਸਦਾ ਆਨੰਦ ਦੇ ਵਿੱਚ ਰਹਿੰਦੇ, ਕਿਹਦੇ ਉੱਤੇ ਉਹ ਦੋਸ਼ ਅਰਪਣ ਨਹੀਂ ਕਰਦੇ ਆ ਹਿੰਦੂ ਜਾਂ ਮੁਸਲਮਾਨ ਗਲਤ ਹੈ, ਬੁਰਾ ਹੈ ਕਰਕੇ। ਸਤਨਾਮ ਕੋ ਸਿਮਰਨੋ, ਤਿਆਗਨ ਤਨ ਅਭਿਆਸ। ਸਤਿਗੁਰੂ ਮਹਾਰਾਜ ਜੀ ਨੇ ਇੱਥੇ ਬਚਨ ਕਰਨਾ ਕੀਤਾ ਕਿ ਭਾਈ ਜਿਹੜਾ ਜਾਪ ਕਰਦਾ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ, ਤੇ ਤਨ ਦਾ ਅਭਿਆਸ ਜਿਹੜਾ ਹੈ, ਭਾਵ ਕਿ ਤਨ ਦਾ ਅਹੰਕਾਰ ਦਾ ਤਿਆਗ ਕਰਨਾ। ਤੀਨੋਂ ਤੇ ਪ੍ਰਭ ਕੋ ਮਿਲ ਹੈ, ਹੋਏ ਬ੍ਰਹਮ ਗਿਆਨ ਪ੍ਰਕਾਸ਼। ਇਹ ਤਿੰਨ ਚੀਜ਼ਾਂ ਦੇ ਨਾਲ, ਇੱਕ ਤਾਂ ਸੁਖ ਦੁੱਖ ਦੋਉ ਸਮ ਕਰ ਜਾਣਾ, ਤੇ ਦੂਜਾ ਪ੍ਰਮਾਤਮਾ ਦਾ ਸਿਮਰਨ ਕਰਨਾ। ਦੇ ਅਧਿਆਸ ਜਿਹੜਾ ਹੈ, ਦੇ ਅਭਿਮਾਨ ਜੋ ਹੈ, ਅਹੰਕਾਰ ਦਾ ਤਿਆਗ ਕਰਨਾ।
ਇਹਨਾਂ ਤਿੰਨਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ। ਹਿੰਦੂ ਹੋਏ ਕੈ ਤੁਰਕ ਹੋਏ ਤੀਨਹੁ ਜਿਨਹੁ ਕਮਾਏ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਕੋਈ ਮੁਸਲਮਾਨ, ਜਿਹੜਾ ਇਹਨਾਂ ਤਿੰਨ ਸਾਧਨਾਵਾਂ ਦੀ ਜੋ ਕਮਾਈ ਕਰ ਲੈਂਦਾ, ਪਾਰ ਪਰੇ ਪਉ ਸਿੰਧ ਤੇ ਜਨਮ ਕਲੇਸ਼ ਮਿਟਾਏ। ਉਹ ਸੰਸਾਰ ਸਾਗਰ ਤੋਂ ਉਹਦਾ ਪਾਰ ਉਤਾਰਾ ਹੋ ਜਾਂਦਾ ਤੇ ਜਨਮ ਦੇ ਕਲੇਸ਼ ਜਿਹੜੇ ਹਨ, ਦੁੱਖ, ਉਹਦੀ ਨਿਵਰਤੀ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਭਾਈ ਜਾਤ ਜਨਮ ਨਾ ਅੱਗੇ ਜਾਏ, ਜਿੱਥੈ ਲੇਖਾ ਮੰਗੀਆ ਤਿੱਥੈ ਛੁਟੈ ਸੱਚ ਕਮਾਏ। ਕਿ ਭਾਈ ਜਦੋਂ ਬੰਦਾ ਮਰ ਜਾਂਦਾ ਨਾ, ਸਭ ਉਹਦੀ ਜਾਤ ਪਾਤ ਖਤਮ ਹੋ ਜਾਂਦੀ ਹੈ। ਅੱਗੇ ਜਿਹੜੇ ਹਨ ਫਿਰ ਉਥੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਥਾਮ ਨਾ ਹੋਈ ਪਾਉਂਦੀ ਤੇ ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਮਹਾਰਾਜ ਜੀ ਨੇ ਕਿਹਾ ਸਰੀਰ ਵੀ ਇੱਥੇ ਰਹਿ ਜਾਵੇਗਾ, ਜਾਤ ਪਾਤ ਵੀ ਇੱਥੇ ਰਹਿ ਜਾਵੇਗੀ। ਹਾਂ, ਤੁਸਾਂ ਨੇ ਇਹ ਸੱਚ ਦੀ ਕਮਾਈ ਕਰਨੀ ਕੀਤੀ, ਨਾਮ ਜਪਣਾ ਕੀਤਾ, ਅਹੰਕਾਰ ਦਾ ਤਿਆਗ ਕਰ ਦਿੱਤਾ, ਸਮ ਦ੍ਰਿਸ਼ਟੀ ਨੂੰ ਧਾਰਨ ਕਰਨਾ ਕੀਤਾ, ਇਹ ਅਵਸਥਾ ਅੱਗੇ ਜਾਵੇਗੀ। ਭਾਵੇਂ ਇਹ ਅਵਸਥਾ ਦਾ ਮਾਲਕ ਹਿੰਦੂ ਹੋਵੇ, ਭਾਵੇਂ ਮੁਸਲਮਾਨ, ਭਾਵੇਂ ਸਿੱਖ, ਭਾਵੇਂ ਈਸਾਈ, ਜਿਹਦੀ ਇਹ ਅਵਸਥਾ ਹੁੰਦੀ ਹੈ ਉਹ ਪਰਮਾਤਮਾ ਤੱਕ ਪਹੁੰਚ ਜਾਂਦਾ, ਉਹਨੂੰ ਸੱਚਖੰਡ ਦੀ ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ। ਤੀਨਹੁ ਕੋ ਵਿਸਤਾਰ ਕਰ ਕਹੈ ਜੇ ਅਰਥ ਵਿਸਾਰ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਤਿੰਨ ਸਾਧਨਾਵਾਂ, ਇਹਦੇ ਆਪਾਂ ਵਿਸਥਾਰ ਦੇ ਨਾਲ ਅਰਥ ਕਰੀਏ, ਬਹੁਤ ਲੰਬੇ ਇਹਦੇ ਮਾਇਨੇ ਬਣਦੇ। ਅਧਿਕ ਹੋਏ ਕਹਿ ਤੱਕ ਸੁਨਹੁ ਛੂਟਹਿ ਬੰਧਨ ਜਾ। ਬਹੁਤ ਇਹਦਾ ਵਿਸਥਾਰ ਅੱਗੇ ਹੋ ਜਾਵੇਗਾ ਤੇ ਤੂੰ ਕਿੱਥੋਂ ਤੱਕ ਸਰਵਣ ਕਰੇਗਾ, ਕਿਉਂਕਿ ਰਾਜਾ ਹੈ, ਕਈ ਕੰਮ ਤੂਨੇ ਕਰਨੇ ਹੋਣਗੇ, ਇਸ ਕਰਕੇ ਇਹਦਾ ਵਿਸਥਾਰ ਤੂੰ ਸੁਣ ਨਹੀਂ ਸਕਦਾ। ਸੰਖੇਪ ਦੇ ਵਿੱਚ ਅਸਾਂ ਨੇ ਇਹ ਸਾਧਨਾ ਤੈਨੂੰ ਦੱਸ ਦਿੱਤੀ। ਸੁਮਤਵੰਤ ਥੋਰੇ ਕਹੈ ਸਮਝਹਿ ਬਾਤ ਵਿਸਾਰ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜਿਹੜੇ ਸਿਆਣੇ ਹੁੰਦੇ ਨਾ, ਉਹਨਾਂ ਨੂੰ ਇਸ਼ਾਰਾ ਹੀ ਕਾਫੀ ਹੁੰਦਾ। ਮਾਲ ਉਹਨਾਂ ਦੀ ਅਕਲ ਕਮਾਲ ਦੀ ਬਣ ਜਾਂਦੀ ਹੈ, ਉਹ ਇੱਕਦਮ ਨਵੇਂ ਨਿਰੋਗੇ ਹੋ ਜਾਂਦੇ ਹਨ। ਇਮ ਸਤਿਗੁਰ ਕੇ ਕਹਿਤ ਬਾਚ ਰਉ ਪਸਚਮ ਅਸਤਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਵਕਤੀ ਬਾਦਸ਼ਾਹ ਜਹਾਂਗੀਰ ਦੇ ਨਾਲ ਸੰਵਾਦ ਕੀਤਾ, ਉਹਦੇ ਸ਼ੰਕੇ ਦੀ ਮਹਾਰਾਜ ਜੀ ਨੇ ਨਿਵਰਤੀ ਕਰਨੀ ਕੀਤੀ। ਦੂਜੇ ਪਾਸੋਂ ਸੂਰਜ ਜਿਹੜਾ ਅਸਤ ਹੋ ਰਿਹਾ ਹੈ, ਸੰਧਿਆ ਲੱਖ ਕਰ ਸ਼ਾਹ ਤਬ ਕਰੇ ਵਿਸਰਜਨ ਗਾ। ਸ਼ਾਮਾਂ ਦਾ ਵੇਲਾ ਜਾਣ ਕਰਕੇ ਬਾਦਸ਼ਾਹ ਨੇ ਮਹਾਰਾਜ ਜੀ ਨੂੰ ਵਿਸਰਜਿਤ ਕਰਨਾ ਕੀਤਾ। ਉਠੇ ਗੁਰੂ ਨਿਕਸੇ ਵਹਿਰ ਚੰਦੂ ਅਵਸਰ ਪਾ। ਸਤਿਗੁਰੂ ਮਹਾਰਾਜ ਦਰਬਾਰ ਤੋਂ ਉੱਠ ਕਰਕੇ ਆਪਣੇ ਜਦੋਂ ਘਰਾਂ ਨੂੰ ਜਾ ਰਹੇ ਸਨ, ਡੇਰੇ ਦੇ ਵੱਲ ਜਾ ਰਹੇ, ਤਾਂ ਚੰਦੂ ਪਾਪੀ ਜਿਹੜਾ ਅਵਸਰ ਪਾ ਕਰਕੇ ਮੈਂ ਲੈ ਜਾਉਂ ਨਿਜ ਸਦਨ ਰਾਖੂੰ ਸੇਵ ਕਰਾਏ। ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਫਿਕਰ ਨਾ ਕਰਨਾ ਕਰੋ, ਮੈਂ ਸਤਿਗੁਰੂ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਘਰ ਲੈ ਕੇ ਜਾਵਾਂਗਾ। ਸਮਝਾਉਂ ਸਭ ਬਾਰਤਾ ਤੁਮਰੀ ਦਿਸ਼ ਤੇ ਹੋ। ਤੁਹਾਡੇ ਪੱਖੋਂ ਮੈਂ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਚੰਗੀ ਤਰ੍ਹਾਂ ਬਿਠਾ ਕਰਕੇ ਮੈਂ ਸਮਝਾਵਾਂਗਾ। ਲਿਉ 2 ਲੱਖ ਸੁਖੇ ਨਹੀਂ ਰਖਹਿ ਨ ਤਸਕਰ ਕੋਇ। ਤੁਸੀਂ ਫਿਕਰ ਨਾ ਕਰਨਾ ਕਰੋ, ਮੈਂ ਕੀ ਕਰਾਂਗਾ ਮਹਾਰਾਜ ਜੀ ਨੂੰ ਸਮਝਾ ਬੁਝਾ ਕਰਕੇ। ਜੋ ਤੁਸਾਂ ਨੇ ਡੰਨ ਲਾਇਆ ਨਾ 2 ਲੱਖ ਰੁਪਈਏ ਦਾ, ਉਹ ਡੰਨ ਜਿਹੜਾ ਮੈਂ ਲਵਾਂਗਾ, ਤੇ ਇਹਦੇ ਨਾਲ ਜੇ ਇਹਨਾਂ ਨੂੰ ਸਜ਼ਾ ਮਿਲ ਜਾਵੇਗੀ ਇਹ ਡੰਨ ਦੇਣਗੇ, ਤੇ ਅੱਗੋਂ ਫਿਰ ਇਹਨਾਂ ਨੇ ਚੋਰਾਂ ਨੂੰ, ਡਕੈਤਾਂ ਨੂੰ ਆਪਣੇ ਨਾਲ ਨਹੀਂ ਰੱਖਣਾ। ਇਹ ਵੀ ਮਹਾਰਾਜ ਜੀ ਦੇ ਉੱਤੇ ਇਲਜ਼ਾਮ ਲਾਇਆ ਸੀ ਇਹਨਾਂ ਨੇ। ਬਿਨਾ ਡੰਡ ਤੇ ਹਟਹਿ ਨਹਿ ਦੇਸ਼ ਨਾ ਹੋਏ ਆਰਾਮ। ਨਾਲ ਕੰਨ ਭਰਨੇ ਕੀਤੇ, ਕਹਿੰਦਾ ਕਿ ਜਦੋਂ ਤੱਕ ਇਹਨਾਂ ਤੋਂ ਆਪਾਂ ਡੰਨ ਨਾ ਲੈਣਾ ਕਰੀਏ, ਉਦੋਂ ਤੱਕ ਇਹਨਾਂ ਨੇ ਸੁਧਰਨਾ ਨਹੀਂ ਹੈ। ਦੇਸ਼ ਜਿਹੜਾ ਹੈ ਖੁਸ਼ਹਾਲ ਨਹੀਂ ਹੋਵੇਗਾ। ਜਦੋਂ ਇਹਨਾਂ ਨੂੰ ਆਪਾਂ ਸਜ਼ਾ ਦਿੰਦੇ ਆ, ਅੱਗੋਂ ਇਹਨਾਂ ਨੇ ਇਹੋ ਜਿਹੇ ਕੰਮ ਨਹੀਂ ਕਰਨੇ, ਪੰਜਾਬ ਦੇ ਵਿੱਚ ਅਰਾਜਕਤਾ ਨਹੀਂ ਮਚਾਉਣੀ ਹੈ। ਕਰੋ ਨਿਆਏ ਈਮਾਨ ਤੁਮ ਸੁਜਸ ਜਗਤ ਅਭਿਰਾਮ। ਇਹ ਤੁਹਾਡਾ ਕੰਮ ਹੈ ਕਿ ਭਾਵੇਂ ਕੋਈ ਵੱਡਾ ਆਵੇ, ਭਾਵੇਂ ਕੋਈ ਸੰਤ ਆਵੇ, ਭਾਵੇਂ ਕੋਈ ਫਕੀਰ ਆਵੇ, ਨਿਆਂ ਜਿਹੜਾ ਹੈ ਨਿਆਏ ਪ੍ਰਣਾਲਿਕਾ ਦੇ ਵਿੱਚ ਸਾਰੇ ਸਮਾਨ ਹੁੰਦੇ ਹਨ। ਤੂੰ ਸਮਾਨਤਾ ਦਾ ਦਰਜਾ ਰੱਖ ਕਰਕੇ ਨਿਆਂ ਕਰਨਾ ਕਰ।
ਇਹਦੇ ਨਾਲ ਪੂਰੇ ਇਲਾਕੇ ਵਿੱਚ ਮੈਸੇਜ ਜਾਵੇਗਾ, ਲੋਕਾਂ ਨੂੰ ਪਤਾ ਲੱਗੇਗਾ ਕਿ ਜਹਾਂਗੀਰ ਇਹ ਨਿਆਏ ਪ੍ਰਸਤ ਹੈ। ਸ਼ਹਿਜ਼ਾਦਾ ਰਾਖਿਓ ਨਿਕਟ ਪਾਏ ਤਿਦਾਰਕ ਸੋਏ। ਨਾਲ ਪਿਆਰਿਓ ਇਹ ਵੀ ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਦੋਸ਼ ਲਾਇਆ ਸੀ, ਜਿਹਦੀ ਆਪਾਂ ਨੇ ਕੱਲ ਦੇ ਦੀਵਾਨ ਦੇ ਵਿੱਚ ਸੰਖੇਪ ਦੇ ਵਿੱਚ ਵਿਚਾਰ ਕੀਤੀ ਸੀ ਨਾ, ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਦਾ ਬਾਗੀ ਪੁੱਤਰ ਜਿਹੜਾ ਹੈ ਤੇ ਉਹ ਆਇਆ ਸੀ ਮੀਰ ਖੁਸਰੋ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਆਪਣੇ ਕੋਲ ਪਨਾਹ ਦਿੱਤੀ ਸੀ। ਇਹ ਵੀ ਮਹਾਰਾਜ ਜੀ ਦੇ ਉੱਤੇ ਦੋਸ਼ ਲਾਇਆ। ਨਹਿ ਬਿਜਾਏ ਬਹਰੋਂ ਕਰਹਿ ਉਰ ਦੀਰਖ ਡਰ ਹੋਏ। ਚੰਦੂ ਕਹਿੰਦਾ ਕਿ ਹੁਣ ਜੇ ਇਹਨਾਂ ਨੂੰ ਆਪਾਂ ਛੱਡ ਦਈਏ, ਸਜ਼ਾ ਨਾ ਲਾਈਏ, ਤੇ ਇਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਬਾਗੀ ਕੰਮ ਕਰਨੇ ਹਨ। ਤੂੰ ਨੇ ਕਿਹਾ ਸੀ ਨਾ ਕਿ ਇਹ ਜਿਹੜਾ ਸ਼ਹਿਜ਼ਾਦਾ ਖੁਸਰੋ ਜਿਹੜਾ ਹੈ ਇਹ ਬਾਗੀ ਹੈ, ਕੋਈ ਵੀ ਇਹਨੂੰ ਪਨਾਹ ਨਾ ਦਵੇ। ਫਿਰ ਵੀ ਤੇਰਾ ਭੈ ਇਹਨਾਂ ਨੇ ਨਹੀਂ ਮੰਨਣਾ ਕੀਤਾ। ਉਹਨੂੰ ਆਪਣੇ ਡੇਰੇ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਪਨਾਹ ਦਿੱਤੀ ਤੇ ਉਹਦੇ ਹੱਕ ਦੇ ਵਿੱਚ ਦੁਆ ਕਰਨੀ ਕੀਤੀ, ਉਹਨੂੰ ਪ੍ਰਸ਼ਾਦਾ ਪਾਣੀ ਛਕਾਇਆ ਹੈ। ਜੇ ਸਜ਼ਾ ਮਿਲੇਗੀ ਤੇ ਅੱਗੇ ਇਹੋ ਜਿਹੇ ਬਗਾਵਤ ਦੇ ਕੰਮ ਇਹਨਾਂ ਨੇ ਨਹੀਂ ਕਰਨੇ ਹਨ। ਤੁਮਕੋ ਦੋਸ਼ ਨਾ ਹੋਏ ਕੁਛ ਮੈਂ ਲੇਵੋਂ ਦੋਇ ਲਾ। ਨਾਲ ਪਾਪੀ ਕਹਿੰਦਾ ਕਿ ਬਾਦਸ਼ਾਹ ਤੈਨੂੰ ਕੀ ਦੋਸ਼ ਲੱਗੇਗਾ, ਇਹ ਕੰਮ ਤਾਂ ਮੈਂ ਕਰ ਦੇਣਾ ਹੈ, ਇਹਦੇ ਨਾਲ ਤੈਨੂੰ ਕੋਈ ਦੋਸ਼ ਨਹੀਂ ਲੱਗਣਾ। ਕਰੂੰ ਖਜ਼ਾਨੇ ਦਾਖਲੀ 3-4 ਦਿਨ ਰਾਤ। 3-4 ਦਿਨ ਇਹਨਾਂ ਨੂੰ ਆਪਣੇ ਕੋਲ ਰੱਖ ਕਰਕੇ ਚੰਗੀ ਤਰ੍ਹਾਂ ਤਸੀਹੇ ਦੇ ਕਰਕੇ ਸਮਝਾ ਬੁਝਾ ਕਰਕੇ ਜੇ ਇਹਨਾਂ ਨੇ ਮਾਇਆ ਦੇ ਦਿੱਤੀ ਹੈ ਤਾਂ ਉਹਨੂੰ ਮੈਂ ਮਾਇਆ ਨੂੰ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਵਾਂਗਾ। ਅਬ ਨ ਬਨੈ ਕਸ਼ਮੀਰ ਕੋ ਰਾਵਰ ਕਰਨ ਪਿਆਨ। ਹੁਣ ਅੱਗੇ ਕਹਿੰਦਾ ਕਿ ਤੁਸੀਂ ਅੱਗੇ ਕਸ਼ਮੀਰ ਜਾਣਾ ਚਾਹੁੰਦੇ ਹੋ ਤੇ ਅੱਗੇ ਤੁਹਾਡਾ ਕਸ਼ਮੀਰ ਜਾਣਾ ਵੀ ਨਹੀਂ ਬਣਦਾ ਹੈ। ਮਰਜ਼ੀ ਉਰ ਦਿੱਲੀ ਚਲੋ ਮਾਨ ਬਿਨੋਦ ਮਹਾਨ। ਹੁਣ ਬਾਦਸ਼ਾਹ ਤੇਰੀ ਮਰਜ਼ੀ ਹੈ, ਤੂੰ ਹੁਣ ਜੇ ਦਿੱਲੀ ਜਾਣਾ ਤੇ ਦਿੱਲੀ ਚੱਲ ਜਾ, ਕਿਉਂਕਿ ਇਹ ਪਾਪੀ ਕੀ ਕਰਦੇ ਸਨ, ਇਹ ਬਾਦਸ਼ਾਹ ਆਦਿਕ, ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਪੂਰਾ ਪ੍ਰਬੰਧ ਹੈ, ਏਸੀਆਂ ਲੱਗ ਗਈਆਂ, ਚੰਗਾ ਵਾਤਾ ਅਨੁਕੂਲ ਆਪਾਂ ਮਾਹੌਲ ਬਣਾ ਸਕਦੇ ਹਾਂ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਇਹੋ ਜਿਹੇ ਸਾਧਨ ਨਹੀਂ ਹੋਇਆ ਕਰਦੇ। ਤਾਂ ਇਹ ਕੀ ਕਰਦੇ, ਰਾਜੇ ਮਹਾਰਾਜੇ ਜਿੰਨੇ ਵੀ ਆ ਦਿੱਲੀ ਦੇ ਜੋ ਬਾਦਸ਼ਾਹ ਹੁੰਦੇ ਸਨ, ਇਹ ਗਰਮੀ ਦਾ ਮਾਹੌਲ ਮੌਸਮ ਕੱਟਣ ਵਾਸਤੇ ਜ਼ਿਆਦਾਤਰ ਤਾਂ ਇਹ ਪਹਾੜੀ ਇਲਾਕਾ ਜਿਹੜਾ ਕਸ਼ਮੀਰ ਆਦਿਕ, ਜਿੱਥੇ ਟੈਂਪਰੇਚਰ ਜਿਹੜਾ ਬਹੁਤ ਠੰਡਾ ਰਹਿੰਦਾ, ਜ਼ਿਆਦੀ ਗਰਮੀ ਨਹੀਂ ਹੁੰਦੀ, ਉੱਥੇ ਜਾ ਕਰਕੇ ਇਹ ਗਰਮੀ ਦੇ ਦਿਨ ਅਯਾਸ਼ੀਆਂ ਦੇ ਵਿੱਚ ਕੱਢਦੇ ਸਨ। ਜਦੋਂ ਗਰਮੀ ਖਤਮ ਹੋ ਗਈ ਫਿਰ ਇਹ ਦਿੱਲੀ ਨੂੰ ਆ ਜਾਂਦੇ। ਇਸ ਤਰ੍ਹਾਂ ਹੁਣ ਉਹਨੂੰ ਕਹਿੰਦਾ ਤੇਰੀ ਮਰਜ਼ੀ ਹੈ, ਜੇ ਜਾਣਾ ਤੇ ਕਸ਼ਮੀਰ ਚੱਲ ਜਾ, ਜੇ ਨਹੀਂ ਤਾਂ ਦਿੱਲੀ ਜਾਣਾ ਦਿੱਲੀ ਚੱਲ ਜਾ। ਆਪ ਕਰੋ ਅਬ ਕੂਚ ਕੋ ਪਾਸ਼ੇ ਲੈ ਧਨ ਸੋਏ। ਤੂੰ ਤਾਂ ਕੂਚ ਕਰਨਾ ਕਰ, ਬਾਅਦ ਵਿੱਚ ਤੇਰੇ ਪਿੱਛੇ ਮੈਂ ਮਹਾਰਾਜ ਜੀ ਤੋਂ ਧਨ ਲੈ ਕਰਕੇ। ਕਰਹਿ ਸਪਾਰਸ਼ ਕਬ ਹੂੰ ਕੋ ਨਹਿ ਸੁਨੀਐ ਤਿਸ ਜੋ। ਨਾਲ ਕਹਿੰਦਾ ਕਿ ਮੈਂ ਫਿਰ ਬਾਅਦ ਵਿੱਚ ਆ ਮਾਇਆ ਲੈ ਕਰਕੇ ਤੇਰੇ ਕੋਲ ਆਵਾਂਗਾ, ਲੇਕਿਨ ਬਾਦਸ਼ਾਹ ਤੈਨੂੰ ਮੈਂ ਬੇਨਤੀ ਕਰਦਾ ਹਾਂ, ਦੱਸਦਾ ਹਾਂ, ਕਿਉਂਕਿ ਇਹਨਾਂ ਦੇ ਵੀ ਬਹੁਤ ਸਾਰੇ ਬੰਦੇ ਹਨ, ਉਹਨਾਂ ਨੇ ਵੀ ਆ ਕਰਕੇ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਸਿਫਾਰਸ਼ਾਂ ਕਰਨੀਆਂ, ਲੇਕਿਨ ਤੂੰ ਇੱਕ ਦੀ ਵੀ ਸਿਫਾਰਸ਼ ਨੂੰ ਨਾ ਮੰਨਣਾ ਕਰ। ਜੀ ਦੇ ਨਾਲ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਤੁਰੇ ਸੀ, 5 ਗੁਰੂ ਕੇ ਸਿੱਖ, 5 ਗੁਰੂ ਕੇ ਲਾਲ ਮਹਾਰਾਜ ਜੀ ਦੇ ਨਾਲ ਸਨ। ਇਹਨੇ ਕੀ ਕਰਨਾ ਕੀਤਾ, ਮਹਾਰਾਜ ਜੀ ਨੂੰ ਅੰਤਰਵਾਰ ਕੈਦ ਵਿੱਚ ਪਾਇਆ, ਦੇਵੜੀ ਦੇ ਵਿੱਚ 5 ਸਿੰਘਾਂ ਨੂੰ ਕੈਦ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਵੇਸ਼ ਕਰਵਾ ਕਰਕੇ ਫਿਰ ਕਹਾਰ ਨਿਕਸਾਏ। ਇਹਨੇ ਕੀ ਕਰਨਾ ਕੀਤਾ, ਕਹਿ ਕਰਕੇ ਬਾਕੀ ਜਿਹੜੇ ਪਹਿਰੇਦਾਰ ਆਦਮੀ ਆਏ ਸਨ ਉਹਨਾਂ ਨੂੰ ਬਾਹਰ ਕਢਵਾ ਦਿੱਤਾ। ਤਿਮਰ ਭਏ ਕਰ ਲੈ ਬਰਿਓ ਡੇਰਾ ਦਿਓ ਕਰਾਏ। ਜਦੋਂ ਮਹਾਰਾਜ ਜੀ ਨੂੰ ਲੈ ਕੇ ਜਾ ਰਿਹਾ ਸੀ, ਰਾਤਰੀ ਦਾ ਸਮਾਂ ਸੀ, ਰਾਤਰੀ ਦੇ ਸਮੇਂ ਦੇ ਵਿੱਚ ਇਹਨੇ ਮਹਾਰਾਜ ਜੀ ਨੂੰ ਆਪਣੇ ਘਰ ਵਿੱਚ ਲੈ ਕੇ ਜਾਣਾ ਕੀਤਾ। ਰਿੰਦ ਸਿਪਾਹੀ ਦ੍ਰਿੜ ਕਰੇ ਸਾਵਧਾਨ ਹਰ ਖਾਏ। ਬਹੁਤ ਜ਼ਿਆਦੇ ਸਿਪਾਹੀਆਂ ਨੂੰ ਲਾ ਕਰਕੇ ਇਹਨੇ ਦ੍ਰਿੜ ਪੈਰਾ ਲਾ ਦਿੱਤਾ। ਹੁਣ ਇਹਦੇ ਮਨ ਭਾਵਕ ਜਦੋਂ ਗੱਲ ਹੋ ਰਹੀ ਹੈ, ਆ ਪਾਪੀ ਜਿਹੜਾ ਹੈ, ਜਿਸ ਤਰ੍ਹਾਂ ਪਾਪ ਬੁਰਾ ਪਾਪੀ ਕਉ ਪਿਆਰਾ। ਬੇਸ਼ੱਕ ਪਿਆਰਿਓ ਪਾਪ ਤਾਂ ਬੁਰਾ ਹੁੰਦਾ, ਲੇਕਿਨ ਪਾਪੀ
ਇਸ ਤਰ੍ਹਾਂ ਇਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਹੈ। ਨਿਸ ਬਾਸੁਰ ਠਾਂਢੇ ਰਹੋ ਗਹੇ ਹਾਥ ਅਸ ਢਾਲ। ਆਪਣੇ ਸਿਪਾਹੀਆਂ ਨੂੰ ਕਹਿੰਦਾ ਕਿ ਭਾਈ ਤੁਸੀਂ ਦਿਨ ਰਾਤ ਚੌਕਸ ਰਹਿਣਾ ਕਰੋ, ਹੱਥ ਦੇ ਵਿੱਚ ਢਾਲ ਕਿਰਪਾਨ ਲੈ ਕਰਕੇ। ਨਿਕਟ ਨ ਆਵਨ ਦੇਹੁ ਕੇਸ ਭੇਰ ਕਿਵਾਰ ਬਿਸਾਲ। ਆ ਕਿਵਾਰ ਦਰਵਾਜ਼ੇ ਜਿਹੜੇ ਹਨ ਚੰਗੀ ਤਰ੍ਹਾਂ ਬੰਦ ਕਰ ਦਿਓ, ਬਾਹਰੋਂ ਵੀ ਜਿੰਦਰਾ ਤਾਲਾ ਲਾ ਦਿਓ, ਭਾਵੇਂ ਜੋ ਮਰਜੀ ਆਵੇ ਕਿਨੂੰ ਵੀ ਮਕਾਨ ਮਹਿਲ ਦੇ ਵਿੱਚ ਨਹੀਂ ਆਉਣ ਦੇਣਾ ਹੈ। ਮਨ ਭਾਵਤ ਮੇਰੀ ਪਏ ਹਰਖਿਓ ਮੂਢ ਬਿਸਾਲ। ਇਸ ਤਰ੍ਹਾਂ ਪੂਰੀ ਚੰਗੀ ਪਿਆਰਿਓ ਇਹਨੇ ਦ੍ਰਿੜ ਚੌਕਸਾਈ ਕਰਕੇ ਪਹਿਰੇ ਦੇ ਉੱਤੇ ਲਾ ਕਰਕੇ ਪਾਪੀ ਮਨ ਵਿੱਚ ਸੋਚਦਾ ਕਿ ਕਿੰਨੇ ਸਾਲਾਂ ਤੋਂ ਕਈ ਸਮੇਂ ਤੋਂ ਮੈਂ ਜੋ ਸੋਚ ਰਿਹਾ ਸੀ ਨਾ, ਅੱਜ ਉਹ ਮੇਰੀ ਮਨੋਕਾਮਨਾ ਪੂਰੀ ਹੋ ਰਹੀ ਹੈ। ਸੁਪਤਿयों ਖਾਤਰ ਜਮਾ ਕਰ ਠਾਂਢੇ ਨਰ ਜਾ। ਪੂਰੀ ਆਪਣੀ ਖਾਤਰ ਜਮਾ ਤਸੱਲੀ ਕਰਵਾ ਕਰਕੇ ਪਾਪੀ ਜਾ ਕਰਕੇ ਰਾਤ ਨੂੰ ਸੌਂ ਗਿਆ। ਇੱਕ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਚਤੁਰਥ ਰਾਸੇ ਚੰਦੂ ਗ੍ਰਹਿ ਆਵਨ ਗੁਰੂ ਪ੍ਰਸੰਗ ਵਰਣਨੰ ਨਾਮ 3 ਤ੍ਰਿੰਸਤੀ ਅੰਸੂ। ਇਥੇ ਪਿਆਰਿਓ ਇਸ ਅਧਿਆਇ ਦੀ ਸਮਾਪਤੀ ਹੈ ਤੇ ਅਗਲਾ ਅਧਿਆਇ ਦੀ ਆਰੰਭਤਾ ਹੋ ਰਹੀ ਹੈ ਜੀ। ਦੋਹਰਾ ਨਿਸਾਬਿਤੀ ਪੁਨ ਪ੍ਰਾਤ ਪੀ ਸ਼ਾਹੁ ਬਾਕ ਕਹਿ ਦੀਨ। ਜਦੋਂ ਪਿਆਰਿਓ ਰਾਤਰੀ ਦਾ ਸਮਾਂ ਬਤੀਤ ਹੋ ਗਿਆ, ਮਹਾਰਾਜ ਜੀ ਨੂੰ ਇਹਨੇ ਕੈਦ ਵਿੱਚ ਪਾ ਦਿੱਤਾ। ਦੂਜਾ ਜਦੋਂ ਦਿਨ ਚੜਿਆ, ਬਾਦਸ਼ਾਹ ਨੇ ਕਿਹਾ ਬਜੇ ਨਗਾਰੇ ਕੂਚ ਕੇ ਸੁਧ ਸਭੂ ਸੁਨ ਲੀ। ਉਹਨੇ ਕੂਚ ਦੇ ਨਗਾਰੇ ਬਜਾ ਦਿੱਤੇ, ਸਾਰਿਆਂ ਦੇ ਵਿੱਚ ਖਬਰ ਪਹੁੰਚ ਗਈ ਕਿ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਹੁਣ ਲਾਹੌਰ ਤੋਂ ਅੱਗੇ ਇਹ ਕੂਚ ਕਰਨ ਵਾਲਾ। ਚੌਪਈ ਹਜ਼ਰਤ ਜਬ ਤਿਆਰ ਹੋਏ ਗਇਓ। ਇਸ ਤਰ੍ਹਾਂ ਹਜ਼ਰਤ ਜਿਹੜਾ ਜਦੋਂ ਤਿਆਰ ਹੋ ਗਿਆ ਅੱਗੇ ਜਾਣ ਵਾਸਤੇ, ਚੰਦੂ ਅਘੀ ਮੇਲ ਤਬਕਿਓ। ਤਾਂ ਇਹ ਚੰਦੂ ਪਾਪੀ ਆ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਦਾ। ਦੇਹੁ ਪ੍ਰਵਾਨਗੀ ਮੁਝ ਕੋ ਆਪੂ। ਕਹਿੰਦਾ ਕਿ ਬਾਦਸ਼ਾਹ ਮੈਨੂੰ ਤੂੰ ਪ੍ਰਵਾਨਗੀ ਦੇਣਾ ਕਰ, ਇਜਾਜ਼ਤ ਦੇਣਾ ਕਰ। ਦਿਨ ਚਾਰਕ ਮਹਿ ਕਰਿਉ ਮਿਲਾਪੂ। ਕੋਈ ਗੱਲ ਨਹੀਂ ਹੈ, ਤੂੰ ਹੁਣ ਜਾ, ਮੈਂ ਇਹਨਾਂ ਦਾ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਦਾ ਪੂਰਾ ਮਾਮਲਾ ਨਿਪਟਾ ਕਰਕੇ ਚੰਗੀ ਤਰ੍ਹਾਂ ਇਹਨਾਂ ਤੋਂ ਆ ਸਜ਼ਾ ਦੀ ਮਾਇਆ ਲੈ ਕਰਕੇ 5-6 ਦਿਨਾਂ ਤੋਂ ਬਾਅਦ ਆਪੇ ਮਾਮਲੇ ਕੀ ਰਹਿਕਾਰ। ਨਾਲ ਕਹਿੰਦਾ ਕਿ ਕੁਝ ਮਾਮਲਾ ਜਿਹੜਾ ਹੈ ਇਥੋਂ ਦਾ ਟੈਕਸ ਉਹ ਵੀ ਕੰਮ ਰਹਿ ਗਿਆ। ਇੱਕ ਸੰਮਤ ਕੀ ਕਰਨ ਸੰਭਾਲ। ਕਿਉਂਕਿ 1-2 ਮਹੀਨੇ ਦੀ ਗੱਲ ਨਹੀਂ ਹੈ, 1 ਸਾਲ ਦਾ ਟੈਕਸ ਬਕਾਇਆ ਹੈ, ਪੂਰਾ ਹਿਸਾਬ ਕਿਤਾਬ ਲੇਖਾ ਜੋਖਾ ਕਰਕੇ। ਨਵੀ ਸਿੰਧ ਲਾਗੇ ਸਮੁਦਾਇ। ਨਾਲ ਇਹ ਵੀ ਕਹਿੰਦਾ ਬਹੁਤ ਸਾਰੇ ਮੁਨਸ਼ੀ ਆਦਿਕ ਲੇਖਕ ਜਿਹੜੇ ਲੱਗ ਗਏ, ਉਹ ਪੂਰਾ ਲੇਖਾ ਜੋਖਾ ਕਰ ਰਹੇ। ਜਦੋਂ ਪੂਰੇ ਪੰਜਾਬ ਦਾ ਲੇਖਾ ਜੋਖਾ ਹੋ ਜਾਵੇਗਾ, ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਪੰਜਾਬ ਦੀ ਇਹ ਸਾਰੇ ਪਰਗਣੇ ਦੀ ਰਾਜਧਾਨੀ ਜਿਹੜੀ ਹੈ ਅਫਗਾਨਿਸਤਾਨ ਤੋਂ ਲੈ ਕਰਕੇ ਪੰਜਾਬ, ਹਰਿਆਣਾ ਆਦਿਕ ਤੱਕ ਇਹਦਾ ਕੰਟਰੋਲ ਜਿਹੜਾ ਲਾਹੌਰ ਦਰਬਾਰ ਦੇ ਵਿੱਚ ਸੀ। ਬਹੁਤ ਵੱਡਾ ਇਹ ਪਰਗਣਾ ਸੀ, ਇਲਾਕਾ ਸੀ। ਕਹਿੰਦਾ ਇਹ ਸਾਰੇ ਕਿੰਨਾ ਆਪਣੇ ਕੋਲ ਜਮਾ ਹੈ, ਸਰਕਾਰੀ ਕਿੰਨਾ ਖਰਚ ਹੋ ਗਿਆ, ਇਹ ਵੀ ਤੈਨੂੰ ਹਿਸਾਬ ਕਿਤਾਬ ਕਰਕੇ ਦੱਸ ਦੇਣਾ। ਕਰ ਫਰੇਬ ਕੋ ਛੋਰਿਓ ਸਾ। ਇਸ ਤਰ੍ਹਾਂ ਫਰੇਬ ਕਰਕੇ ਇਹਨੇ ਬਾਦਸ਼ਾਹ ਦਾ ਸਾਥ ਛੱਡ ਦਿੱਤਾ, ਉਹਨੂੰ ਅੱਗੇ ਭੇਜ ਦਿੱਤਾ। ਸ਼ਾਮ ਨ ਚਿਤਵੀ ਪੁਨ ਗੁਰਗਾਤ। ਉਹ ਤੋਂ ਬਾਅਦ ਕਵੀ ਰਾਜੀ ਕਹਿੰਦੇ ਕਿ ਬਾਦਸ਼ਾਹ ਨੇ ਮਹਾਰਾਜ ਜੀ ਦੇ ਬਾਬਤ ਨਹੀਂ ਵਿਚਾਰ ਕਰਨੀ ਕੀਤੀ। ਬਹੁ ਧੰਦੇ ਗਨ ਭੋਗਨ ਵਿਸ਼ੈ। ਕਿਉਂਕਿ ਇਹ ਵੱਡੇ ਲੋਕ ਹੁੰਦੇ ਨਾ ਪਿਆਰਿਓ, ਬਹੁਤ ਜ਼ਿਆਦਾ ਝਮੇਲੇ, ਬਹੁਤ ਜ਼ਿਆਦਾ ਧੰਦੇ ਤੇ ਨਾਲ ਬੜੇ ਵਿਸ਼ੇ ਵਿਕਾਰੀ ਹੁੰਦੇ ਹਨ। ਇਹਨਾਂ ਨੂੰ ਸਮਾਂ ਥੋੜੀ ਮਿਲਦਾ ਰਾਗ ਰਲੀਆਂ ਮਨਾਉਣੀਆਂ, ਉਹਦੇ ਵਿੱਚ ਹੀ ਪਿਆਰਿਓ ਇਹ ਖੱਜਿਤ ਰਹਿੰਦੇ। ਬਹੁਰ ਚਲਿਓ ਚੜ ਕਿਆ ਸੁਧ ਤਿਸੈ। ਉਹਨੂੰ ਉਹ ਤਾਂ ਚੱਲ ਕੇ ਫਿਰ ਆਪਣੀ ਪਾਲਕੀ ਦੇ ਵਿੱਚ ਚੜ ਕਰਕੇ ਉਹ ਤਾਂ ਅੱਗੇ ਲੰਘ ਗਿਆ, ਉਹਨੂੰ ਕੋਈ ਖਬਰ ਨਹੀਂ ਸੀ। ਪੂਰਬ ਵੀ ਕਬ ਗੁਰੂ ਪ੍ਰਸੰਗ। ਪਹਿਲੇ ਵੀ ਵੇਖਿਓ ਸਤਿਗੁਰੂ ਮਹਾਰਾਜ ਜੀ ਦਾ ਕੋਈ ਪ੍ਰਸੰਗ ਜਿਹੜਾ ਹੈ, ਕੋਈ ਨਾ ਕਰਤ ਸ਼ਾਹੂ ਕੇ ਸੰਗ। ਕੋਈ ਵੀ ਜਿਹੜਾ ਬਾਦਸ਼ਾਹ ਦੇ ਨਾਲ ਮਹਾਰਾਜ ਜੀ ਦੀ ਗੱਲ ਹੀ ਨਹੀਂ ਛੇੜਦਾ ਸੀ, ਉਹਦਾ ਕੀ ਕਾਰਨ ਹੈ ਅੱਗੇ ਦੱਸ ਦੇ। ਸਿਮਰ ਦ્વੈਸ਼ ਕੋ ਦੁਸ਼ਟ ਚਲਾਵੇ। ਕਿਉਂਕਿ ਸਾਰੇ ਜਿਹੜੇ ਇਹਨੇ ਨਾਲ ਦੇ ਬੰਦਿਆਂ ਨੂੰ ਆਪਣਾ ਪੱਖੀ ਕਰਨਾ ਕੀਤਾ। ਜਦੋਂ ਵੀ ਕੋਈ ਬੰਦਾ ਆਉਂਦਾ ਸੀ ਨਾ, ਇਹਦੇ ਹੀ ਕੰਨ ਭਰਦਾ ਸੀ। ਸੁਲਹੀ ਸੁਲਭੀ ਚੰਦ ਬਤਾਵੇ। ਕਿਉਂਕਿ ਸੁਲਹੀ ਖਾਨ, ਸੁਲਭੀ ਖਾਨ, ਚੰਦੂ ਜਿਹੜੇ ਇਹ ਪਾਪੀਆਂ ਨੇ ਸਦਾ ਜਿਹੜੇ ਹਨ ਬਾਦਸ਼ਾਹ ਦੇ ਕੰਨ ਭਰਦੇ ਕੀਤੇ। ਬਹੁਤ ਵੱਡਾ ਪਿਆਰਿਓ ਇਹ ਇਤਿਹਾਸ ਹੈ, ਜੇ ਆਪਾਂ ਇਹਦੀ ਵਿਚਾਰ ਕਰੀਏ ਤੇ ਸਮਾਂ ਬਹੁਤ ਲੱਗ ਜਾਵੇਗਾ।
ਸੁਲਹੀ ਖਾਨ ਜਿਹੜਾ ਚੜ ਕਰਕੇ ਆਇਆ ਸੀ ਨਾ, ਮਹਾਰਾਜ ਜੀ ਨੇ ਕਿਹਾ ਸੀ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਆ ਸੁਲਹੀ ਜਿਹੜਾ ਚੜ ਕੇ ਆ ਰਿਹਾ ਨਾ, ਇਹਨੇ ਨਾ ਪਾਕ ਮੌਤ ਦੇ ਨਾਲ ਮਾਰੇ ਜਾਣਾ, ਮਰ ਜਾਣਾ ਹੈ। ਇਸ ਤਰ੍ਹਾਂ ਹੀ ਹੋਇਆ ਪਿਆਰਿਓ ਹੇਹਰ ਪਿੰਡ ਦੇ ਵਿੱਚ, ਤੇ ਭੱਠੇ ਦੇ ਵਿੱਚ ਸੜ ਕਰਕੇ ਮਰ ਗਿਆ। ਸੁਲੱਭੀ ਖਾਨ ਜਿਹੜਾ ਇਹਦਾ ਭਤੀਜਾ ਜਿਹੜਾ ਸੀ, ਉਹਨੇ ਫਿਰ ਬੀੜਾ ਚੱਕਿਆ, ਕਹਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੈਂ ਖਤਮ ਕਰਨਾ। ਉਹ ਵੀ ਪਿਆਰਿਓ ਫੌਜਾਂ ਲੈ ਕਰਕੇ ਆ ਰਿਹਾ, ਇਹਦੇ ਫੌਜਾਂ ਦੇ ਵਿੱਚ ਬਗਾਵਤ ਪੈ ਗਈ। ਇੱਕ ਪਠਾਨ ਨੇ ਆ ਕਰਕੇ ਜਿਹਦਾ ਬਕਾਇਆ ਬਾਕੀ ਸੀ, ਕਹਿੰਦਾ ਉਹ ਮਾਇਆ ਦੇ। ਸੁਲੱਭੀ ਨੇ ਕਿਹਾ ਕਿ ਨਹੀਂ ਦੇਣੀ ਆ ਤੈਨੂੰ ਮਾਇਆ। ਉਹਨੇ ਤੁਰੰਤ ਤਲਵਾਰ ਕਰਕੇ ਕੱਢ ਕੇ ਇਹਨੂੰ ਝਟਕਾ ਦਿੱਤਾ, ਮਾਰ ਦਿੱਤਾ। ਤੇ ਇਹ ਗੁਰੂ ਘਰ ਦੇ ਦੋਖੀ ਸਨ, ਬਾਰ-ਬਾਰ ਕੰਨ ਭਰਦੇ ਸੀ। ਤੇ ਸੁਲਹੀ ਨੂੰ ਤੇ ਸੁਲੱਭੀ ਨੂੰ ਚੜਾ ਕਰਕੇ ਕੌਣ ਲੈ ਕੇ ਆਇਆ ਸੀ? ਉਹ ਪ੍ਰਥੀਆ ਸੀ, ਸਤਿਗੁਰੂ ਮਹਾਰਾਜ ਜੀ ਦਾ ਵੱਡਾ ਭਰਾ। ਕਿਉਂਕਿ ਮਹਾਰਾਜ ਜੀ ਦੀ ਸ਼ਹਾਦਤ ਪਿਆਰਿਓ ਬਹੁਤ ਰਮਜ਼ਾਂ ਦੇ ਵਿੱਚ, ਭਾਵ ਕਿ ਬਹੁਤ ਗੁਪਤ ਤਰੀਕੇ ਦੇ ਨਾਲ, ਕਈ ਕਾਰਨਾਂ ਦੇ ਨਾਲ ਮਹਾਰਾਜ ਜੀ ਦਾ ਜਿਹੜਾ ਹੈ ਸ਼ਹਾਦਤ ਦਾ ਸਾਕਾ ਜਿਹੜਾ ਵਰਤਿਆ। ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ, ਸ਼ੁਰੂਆਤੀ ਸਮੇਂ ਦੇ ਵਿੱਚ ਪ੍ਰਥੀਏ ਨੇ ਕੰਨ ਭਰਨੇ ਕੀਤੇ। ਉਹਨੇ ਹੀ ਤਾਂ ਸੁਲਹੀ ਨੂੰ ਮਾਇਆ ਦਿੱਤੀ, ਸੁਲੱਭੀ ਨੂੰ ਮਾਇਆ ਦਿੱਤੀ, ਚੰਦੂ ਨੂੰ ਵੀ ਉਹਨੇ ਮਾਇਆ ਦਿੱਤੀ ਹੈ ਕਿ ਭਾਈ ਮਾਇਆ ਲਿਓ ਤੇ ਮੇਰਾ ਸਾਥ ਦਿਓ। ਗੁਰ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਆਪਾਂ ਨੇ ਹਟਾਉਣਾ ਹੈ। ਲੈਣਾ ਦੇਣਾ ਕਹਿ ਸੰਗ ਕੋਈ ਨਾ। ਕਵੀ ਰਾਜ ਜੀ ਕਹਿੰਦੇ ਸਤਿਗੁਰੂ ਮਹਾਰਾਜ ਜੀ ਦਾ ਤਾਂ ਭਾਈ ਕਿਹਦੇ ਨਾਲ ਲੈਣਾ ਦੇਣਾ ਨਹੀਂ ਹੈ। ਧਨ ਹੰਕਾਰੀ ਜਨ ਹੈ ਸੋਏ ਨਾ। ਇਹ ਧਨ ਦੇ ਅਹੰਕਾਰੀ ਲੋਕ ਜਿਹੜੇ ਹਨ, ਇਹ ਨਹੀਂ ਜਾਣਦੇ ਕਿ ਸਤਿਗੁਰੂ ਮਹਾਰਾਜ ਜੀ ਦਾ ਸਤਿਗੁਰ ਸਭਨਾ ਦਾ ਭਲਾ ਮਨਾਇੰਦਾ। ਮਹਾਰਾਜ ਤਾਂ ਸਾਰਿਆਂ ਦਾ ਭਲਾ ਮਨਾਉਣ ਵਾਲੇ ਹਨ। ਹੈ ਤੁਰਕ ਪੁਨ ਗ੍ਰਸੇ ਵਿਕਾਰ। ਨਾਲ ਇਹ ਤੁਰਕ ਜਿਹੜੇ ਹਨ ਪਿਆਰਿਓ ਪਹਿਲੇ ਹੀ ਬਹੁਤ ਕੱਟੜਤਾਈ ਦੇ ਵਿੱਚ ਫਸੇ ਹੋਏ, ਵਿਕਾਰਾਂ ਦੇ ਵਿੱਚ ਫਸੇ ਹੋਏ। ਕਹਾਂ ਚਿਨਾਰੀ ਗੁਰੂ ਉਦਾਰਾ। ਇਹ ਮੂਰਖ ਲੋਕਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਕੀ ਪਹਿਚਾਨਣਾ ਹੈ? ਜਿਸ ਤਰ੍ਹਾਂ ਕਿ ਕਾਉ ਕਪੂਰ ਨਾ ਚੱਖਈ, ਕੌਵਾ ਜਿਹੜਾ ਉਹਦੇ ਅੱਗੇ ਕਪੂਰ ਰੱਖਦੇ ਹੋ, ਉਹਨੂੰ ਕਪੂਰ ਨਹੀਂ ਪਾਉਂਦਾ। ਮਹਿ ਪ੍ਰਸੰਗ ਚਲ ਮਿਲੇ ਪਿਸ਼ਾਰੀ। ਅੱਗੇ ਤਾਂ ਕੋਈ ਪ੍ਰਸੰਗ ਨਹੀਂ ਚੱਲਿਆ, ਬਾਅਦ ਵਿੱਚ ਇਹ ਵਾਪਸ ਆ ਗਿਆ। ਵਰਜ ਦੀਏ ਚੰਦੂ ਦੁਰਚਾਰੀ। ਤੇ ਚੰਦੂ ਨੇ ਕੀ ਕਰਨਾ ਕੀਤਾ? ਕਈ ਜਿਹੜੇ ਲਾਗੇ ਰਹਿਣ ਵਾਲੇ ਬੰਦੇ, ਚਮਚਾਗਿਰੀ ਕਰਨ ਵਾਲੇ, ਉਹਨੂੰ ਵੀ ਇਹਨੇ ਰੋਕ ਦਿੱਤਾ ਹੈ। ਗਮਨਤ ਮਿਲਿਓ ਸਕਲ ਕੋ ਜਾਏ। ਸਾਰਿਆਂ ਨੂੰ ਜਾਣ ਵੇਲੇ ਇਹਨੇ ਮਿਲਣਾ ਕੀਤਾ। ਜਿਹੜੇ ਵੀ ਇਹ ਜਹਾਂਗੀਰ ਮਹਾਰਾਜ ਜੀ ਦੀ ਗੱਲ ਵੀ ਕਰੇ ਤਾਂ ਬੁੱਧ ਬਲ ਤੇ ਬਰਜੋ ਤਹਿ ਰੂ। ਕਿਉਂਕਿ ਤੁਸੀਂ ਚਮਚਾਗਿਰੀ ਕਰਨ ਵਾਲੇ ਹੋ। ਕਿਉਂਕਿ ਚਮਚੇ ਜਿਹੜੇ ਹੁੰਦੇ ਪਿਆਰਿਓ ਕੰਨ ਭਰਨ ਵਾਲੇ, ਇਹ ਬੜੇ ਸ਼ਤੀਰ ਹੁੰਦੇ ਹਨ। ਕਿਹਦਾ ਕੰਮ ਕਰਾਉਣਾ ਵੀ ਤਾਂ ਵੀ ਪਿਆਰਿਓ ਚਮਚਿਆਂ ਤੋਂ ਹੀ ਕੰਮ ਹੁੰਦਾ। ਕਿਹਦਾ ਕੰਮ ਵਿਗਾੜਨਾ ਹੋਵੇ ਤਾਂ ਵੀ ਚਮਚੇ ਜਿਹੜੇ ਹਨ ਨਾਲ ਰਹਿਣ ਵਾਲੇ, ਇਹ ਕੰਮ ਵੀ ਵਿਗਾੜ ਦਿੰਦੇ। ਜੇ ਚੰਗਾ ਬੰਦਾ ਪਿਆਰਿਓ ਨਾਲ ਰੱਖੋਗੇ, ਨਾਲ ਰਹਿਣਗੇ, ਉਹਨਾਂ ਨੇ ਫਿਰ ਉਹਦੀ ਜੈ ਜੈਕਾਰ ਵੀ ਉਹਨਾਂ ਨੇ ਕਰਾਉਣੀ ਹੈ। ਜੇ ਗਰਦ ਬੰਦੇ ਨੂੰ ਨਾਲ ਰੱਖੋਗੇ ਤੇ ਉਹਨੇ ਸਾਰਿਆਂ ਦੇ ਵਿੱਚ ਪਿਆਰਿਓ ਉਹਦਾ ਜਿਹੜਾ ਫਿਟਕਾਰ ਵੀ ਉਹੀ ਪਵਾਉਂਦੇ ਹਨ, ਉਹਦਾ ਬੇੜਾ ਲੈ ਕਰਕੇ ਉਹੀ ਡੁੱਬ ਜਾਂਦੇ। ਤੇ ਜਿਹੜੇ ਨਾਲ ਰਹਿਣ ਵਾਲੇ, ਉਹਨੂੰ ਚੰਦੂ ਨੇ ਕਹਿ ਦਿੱਤਾ ਕਿ ਬਾਦਸ਼ਾਹ ਕਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਗੱਲ ਇਹਨਾਂ ਦੇ ਸਾਹਮਣੇ ਨਾ ਕਰਨਾ ਕਰੋ। ਜੇ ਮਹਾਰਾਜ ਜੀ ਗੱਲ ਕਰਦੇ ਤਾਂ ਕਿਸੇ ਤਰੀਕੇ ਦੇ ਨਾਲ, ਚਲੋ ਜੀ ਛੱਡੋ ਜੀ, ਕੀ ਕਰਨੀ ਹੈ ਮਹਾਰਾਜ ਜੀ ਦੀ ਗੱਲ, ਉਹ ਤਾਂ ਰੱਬ ਦੇ ਪਿਆਰੇ ਹਨ। ਇਸ ਤਰ੍ਹਾਂ ਗੱਲ ਪਲਟਾ ਕਰਕੇ ਦੂਜੇ ਪਾਸੇ ਲਾ ਦਿਓ। ਕਿਆ ਤਿਨ ਗਾਤ ਫਕੀਰ ਜੇ ਲੋ। ਜੇ ਕੋਈ ਆ ਕਰਕੇ ਜੇ ਬਾਦਸ਼ਾਹ ਪੁੱਛੇ ਵੀ ਨਾ ਤਾਂ ਉਹ ਕਹਿ ਦਾ ਤੁਸੀਂ ਇਸ ਤਰ੍ਹਾਂ ਕਹਿ ਦਿਓ, ਚਮਚਾ ਹਿਲਾ ਦਿਓ, ਉਹ ਤਾਂ ਫਕੀਰ ਹਨ। ਭਾਈ ਫਕੀਰਾਂ ਦੀ ਕੀ ਗੱਲ ਕਰਨਾ ਕਰੀਏ। ਰਹੋ ਪਿਸ਼ਾਰੀ ਤੁਮ ਪਰਵਾਸੇ। ਚੰਦੂ ਕਹਿੰਦਾ ਕਿ ਭਾਈ ਮੈਂ ਤਾਂ ਆਪਣਾ ਕੰਮ ਕਰ ਦਿੱਤਾ ਤੇ ਅੱਗੇ ਮੈਂ ਤੁਹਾਡੇ ਪਰਵਾਸੇ ਤੇ ਟਿਕਿਆ ਹੋਇਆ ਹਾਂ। ਜੇ ਕਿਸੇ ਨੇ ਸ਼ਿਕਾਇਤ ਲਾ ਦਿੱਤੀ ਮੇਰੀ ਤਾਂ ਮੇਰੀ ਦੁਕਾਨ ਲੱਗ ਜਾਵੇਗੀ। ਇਸ ਕਰਕੇ ਭਾਈ ਮੈਂ ਤੁਹਾਡੇ ਪ੍ਰਵਾਸੇ ਤੇ ਬੈਠਿਆ ਹੋਇਆ ਹਾਂ। ਕੇਤਿਕ ਦਿਨ ਮੈਂ ਆਇਓ ਪਾਸੇ। ਬਸ ਥੋੜੇ ਕੋ ਦਿਨਾਂ ਦੀ ਗੱਲ ਹੈ। ਤੁਸੀਂ ਚੰਗੀ ਤਰ੍ਹਾਂ ਚਮਚਾਗਿਰੀ ਕੰਨ ਭਰਦੇ ਰਹੋ। ਬਾਅਦ ਵਿੱਚ ਮੈਂ ਆਪ ਆ ਕਰਕੇ ਸਾਰੇ ਮਾਮਲੇ ਨੂੰ ਮੈਨੇ ਸਮਝਾ ਦੇਣਾ ਹੈ। ਕਿਉਂਕਿ ਪਿਆਰਿਓ ਰਾਜਨੀਤੀ ਜਦੋਂ ਆਪਾਂ ਪੜ੍ਹਦੇ ਹਾਂ, ਰਾਜਨੀਤੀ ਦੇ ਗ੍ਰੰਥ ਪੜ੍ਹਦੇ ਹਾਂ, ਚਾਣਕਿਆ ਨੇ ਬਚਨ ਕਰਨਾ ਕੀਤਾ, ਜੋ ਵੱਡੇ ਲੋਕ ਹੁੰਦੇ ਨਾ, ਇਹ ਅੱਖਾਂ ਤੋਂ ਅੰਨੇ ਤੇ ਕੰਨਾਂ ਦੇ ਕੱਚੇ ਹੁੰਦੇ ਹਨ।
ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ, ਕਿਉਂਕਿ ਕੋਈ ਰਾਜਾ, ਕੋਈ ਵੱਡਾ ਬੰਦਾ, ਉਹ ਤਾਂ ਬੈਠਿਆ ਹੁੰਦਾ ਆਪਣੇ ਘਰ ਦੇ ਵਿੱਚ, ਉਹਨੂੰ ਪਤਾ ਨਹੀਂ ਹੁੰਦਾ ਮਹਿਲਾਂ ਦੇ ਵਿੱਚ ਇਹ ਹਰ ਪੱਖ ਦੀ ਗੱਲ ਹੈ। ਤੇ ਕੋਈ ਆ ਕਰਕੇ ਕਹਿ ਦਿੰਦਾ ਕਿ ਤੈਨੂੰ ਪਤਾ ਨਹੀਂ ਭਾਈ ਉੱਥੇ ਇਹ ਹੋ ਰਿਹਾ, ਉਹ ਆਪਣੇ ਲਾਗੇ ਜਿਹੜੇ ਬੰਦੇ ਰਹਿਣ ਵਾਲੇ, ਕੰਨ ਭਰਨ ਵਾਲੇ, ਉਹਦੇ ਉੱਤੇ ਯਕੀਨ ਕਰਕੇ ਉਹ ਕਾਰਵਾਈ ਕਰ ਦਿੰਦਾ। ਕਈ ਨਾਲ ਰਹਿਣ ਵਾਲੇ ਕੰਨ ਭਰ ਦਿੰਦੇ ਕਿ ਤੁਹਾਨੂੰ ਪਤਾ ਨਹੀਂ ਜੀ, ਉਹ ਤੁਹਾਡੇ ਬਾਬਤ ਇੰਜ ਬੋਲ ਰਿਹਾ। ਵੱਡਾ ਕਹਿੰਦਾ ਹੈ ਇੰਜ ਬੋਲ ਰਿਹਾ, ਕੋਈ ਨਹੀਂ ਇਹਨੂੰ ਤੁਰੰਤ ਸਜ਼ਾ ਦਿਓ। ਇਸ ਤਰ੍ਹਾਂ ਇਹਨੇ ਕਹਿ ਦਿੱਤਾ ਕਿ ਭਾਈ ਚੰਗੀ ਤਰ੍ਹਾਂ ਕੰਨ ਭਰੀ ਜਾਣੇ ਹਨ, ਸਤਿਗੁਰੂ ਮਹਾਰਾਜ ਜੀ ਦੀ ਬਰਖਲਾਫੀ ਕਰੀ ਜਾਓ। ਕਦੇ ਰਾਜਾ ਗੱਲ ਵੀ ਕਰਦਾ ਤੇ ਉਹਦੀ ਗੱਲ ਨੂੰ ਮੋੜ ਦਿਓ। ਕਰੀ ਕਚਹਿਰੀ ਆਪਣੀ ਸਾਰੀ। ਇਹਨੇ ਕੀ ਕਰਨਾ ਕੀਤਾ, ਮਾਇਆ ਆਦਿਕ ਦੇ ਕਰਕੇ ਸਾਰੀ ਕਚਹਿਰੀ ਜਿਹੜੇ ਰਾਜੇ ਦੇ ਨਾਲ ਦੇ ਬੰਦਿਆਂ ਨੂੰ ਆਪਣਾ ਪੱਖੀ ਬਣਾ ਲਿਆ। ਕਿਸ ਧਨ ਦੇ ਕਿਸ ਮ੍ਰਿਦੁਲ ਉਚਾਰੇ। ਜਿਹੜੇ ਮਾਇਆ ਦੇ ਲਾਲਚੀ ਸਨ ਉਹਨਾਂ ਨੂੰ ਮਾਇਆ ਦੇ ਦਿੱਤੀ ਹੈ, ਤੇ ਕਈਆਂ ਦੇ ਨਾਲ ਪ੍ਰੇਮ ਦੇ ਨਾਲ ਬਚਨ ਕਰਕੇ ਆਪਣਾ ਪੱਖੀ ਬਣਾਇਆ ਹੈ। ਜਸ ਜਸ ਹੁਤੇ ਤਥਾ ਹਰ ਖਾਏ। ਜਿਹੜੇ ਬੰਦੇ ਜਿਸ ਤਰ੍ਹਾਂ ਸੀ, ਕੋਈ ਮਾਇਆ ਲੈ ਕਰਕੇ ਪ੍ਰਸੰਨ ਹੋਣ ਵਾਲਾ, ਕੋਈ ਜਿਹੜਾ ਗੱਫਾ ਛਕ ਕਰਕੇ ਸ਼ਰਾਬਾਂ ਆਦਿਕ, ਜੋ ਜਿਸ ਤਰ੍ਹਾਂ ਪ੍ਰਸੰਨ ਹੁੰਦਾ, ਇਹਨੇ ਸਾਰੇ ਨਿਕਟਵਰਤੀਆਂ ਨੂੰ ਪ੍ਰਸੰਨ ਕਰਵਾ ਦਿੱਤਾ, ਆਪਣਾ ਪੱਖੀ ਬਣਾਇਆ ਹੈ। ਸ਼ਾਹ ਸਮੀਪ ਸਮੂਹ ਸੁਹਾਏ। ਰਾਜੇ ਦੇ ਸਾਰੇ ਨਾਲ ਦੇ ਬੰਦਿਆਂ ਨੂੰ ਇਹਨੇ ਆਪਣਾ ਜਦੋਂ ਬਣਾ ਲਿਆ, ਹੁਣ ਪ੍ਰਸੰਨ ਹੁੰਦਾ, ਕਹਿੰਦਾ ਕਿ ਭਾਈ ਹੁਣ ਤਾਂ ਪੂਰੀ ਕਚਹਿਰੀ, ਪੂਰਾ ਦੀਵਾਨੀ ਆਪਣਾ ਬਣ ਗਿਆ। ਚੰਦੂ ਹਟਿਓ ਧੀਰ ਉਰ ਧਰ ਕੇ। ਹੁਣ ਚੰਦੂ ਪਾਪੀ ਧੀਰਜ ਨੂੰ ਧਾਰਨ ਕਰਕੇ ਵਾਪਸ ਪਿਛੇ ਨੂੰ ਹਟ ਗਿਆ ਹੈ। ਦੁਸ਼ਟ ਪਨੇ ਮਹਿ ਚਿਤ ਕੋ ਧਰ ਕੇ। ਬਸ ਮਨ ਦੇ ਵਿੱਚ ਦੁਸ਼ਟਪਨਾ ਇਹਨੇ ਧਾਰਨ ਕਰ ਲਿਆ ਕਿ ਹੁਣ ਮੈਂ ਅੱਤ ਕਰਨੀ ਹੈ ਮਹਾਰਾਜ ਜੀ ਦੇ ਨਾਲ। ਸਬਨ ਚੜਾਏ ਮੂੜ ਤਹ ਆਇਓ। ਇਹਨੇ ਮੂਰਖ ਨੇ ਸਾਰਿਆਂ ਨੂੰ, ਰਾਜੇ ਨੂੰ ਅਗਲਵੰਡੀ ਤੋਰ ਕਰਕੇ ਵਾਪਸ ਪਰਤ ਕੇ ਆਇਆ। ਸਤਿਗੁਰ ਅਰਜਨ ਜਹ ਉਤਰਾਇਓ। ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਤਾਰਾ ਕੀਤਾ ਗਿਆ ਸੀ, ਉੱਥੇ ਆਇਆ। ਬੈਠਿਓ ਸਨਮੁਖ ਰਿਸ਼ਤੇ ਭਰਿਓ। ਸਤਿਗੁਰੂ ਮਹਾਰਾਜ ਬੈਠੇ ਹੋਏ ਸਨ, ਧਰਤੀ ਤੇ ਭੁੱਜੇ ਪਏ ਬੈਠੇ ਹੋਏ, ਮਹਾਰਾਜ ਜੀ ਦੇ ਅੱਗੇ ਕੁਰਸੀ ਡਾ ਕਰਕੇ ਇਹ ਬੈਠ ਗਿਆ। ਕਹਿਤ ਭਇਓ ਬਚ ਦੁਖ ਤੇ ਜਰਿਓ। ਬਹੁਤ ਦੁੱਖ ਦੇ ਨਾਲ ਸੜਿਆ ਬੜਿਆ ਬੰਦਾ ਜਿਹੜਾ ਹੈ, ਮਹਾਰਾਜ ਜੀ ਨੇ ਚੰਗਾ ਨਹੀਂ ਕਰਨਾ ਕੀਤਾ। ਕਿਉਂ ਨਾ ਮਾਨੀ ਬਿਨੈ ਅਲਾਈ। ਮੈਨੇ ਬਹੁਤ ਤੁਹਾਨੂੰ ਬੇਨਤੀ ਕਰਨੀ ਕੀਤੀ, ਲੇਕਿਨ ਮੇਰਾ ਬਚਨ ਤੁਸਾਂ ਨੇ ਨਹੀਂ ਮੰਨਿਆ ਹੈ। ਭੇਜੇ ਦੋਏ ਬਾਰ ਪੁਰ ਲਾਗੀ। ਜਦੋਂ ਤੁਸਾਂ ਨੇ ਰਿਸ਼ਤਾ ਤੋੜ ਦਿੱਤਾ, ਉਹ ਤੋਂ ਬਾਅਦ 2 ਵਾਰੀ ਲਾਗੀਆਂ ਨੂੰ ਭੇਜਿਆ ਸੀ ਕਿ ਰਿਸ਼ਤਾ ਨਾ ਤੋੜੋ ਮੇਰੇ ਬੱਚੇ ਦੀ, ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਤਾਂ ਇਹ ਪਿਆਰਿਓ ਜਿਆਦੇ ਮਾਇਨੇ ਨਹੀਂ ਰੱਖਦਾ। ਰਿਸ਼ਤਾ ਕਈ ਵਾਰੀ ਤਾਂ ਵਿਆਹ ਕਰਕੇ ਵੀ ਕਈ ਤੋੜ ਦਿੰਦੇ ਹਨ। ਬੜਾ ਪਿਆਰਿਓ ਇਹ ਡਰਾਮਾ ਜਿਹਾ ਚੱਲ ਰਿਹਾ ਹੈ। ਚਲੋ ਇਹ ਵੱਖਰਾ ਵਿਸ਼ਾ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਜੇ ਪਿਆਰਿਓ ਕੋਈ ਰਿਸ਼ਤਾ ਤੋੜ ਦਿੰਦਾ, ਰਿਸ਼ਤਾ ਨਹੀਂ ਲੈਂਦਾ, ਤਾਂ ਵੀ ਪਿਆਰਿਓ ਬਹੁਤ ਵੱਡੀ ਬੇਇੱਜ਼ਤੀ ਮੰਨੀ ਜਾਂਦੀ ਸੀ। ਇਹ ਕਹਿੰਦਾ ਮਹਾਰਾਜ ਤੁਸਾਂ ਨੇ ਮੇਰੇ ਬੱਚੀ ਦਾ ਰਿਸ਼ਤਾ ਤੋੜ ਦਿੱਤਾ, ਮੈਂ ਕਈ ਵਾਰੀ ਭੇਜਿਆ ਲੇਕਿਨ ਤੁਸਾਂ ਨੇ ਨਹੀਂ ਮੰਨਣਾ ਕੀਤਾ। ਅਤ ਚਿੰਤਾ ਚਿਤ ਹਮਰੇ ਲਾਗੀ। ਇਸ ਕਰਕੇ ਮੇਰੇ ਮਨ ਦੇ ਵਿੱਚ ਬਹੁਤ ਸਾਰੀ ਚਿੰਤਾ ਲੱਗੀ ਹੋਈ ਹੈ। ਲੈਨ ਸਾਖ ਤੋ ਰਹਿਓ ਕਿਥਾਈ। ਸਾਖ ਲੈਣਾ, ਰਿਸ਼ਤਾ ਲੈਣਾ ਤਾਂ ਇੱਕ ਪਾਸੇ ਰਹਿ ਗਿਆ। ਦਈ ਮੋਹ ਕੂਕਰ ਸਮਤਾਈ। ਆਪਣੇ ਵੱਲੋਂ ਹੀ ਪਿਆਰਿਓ ਗੱਲ ਬਣਾ ਕਰਕੇ, ਕਿਉਂਕਿ ਇਹੋ ਜਿਹੇ ਲੋਕ ਜਿਹੜੇ ਹੁੰਦੇ ਹਨ, ਕੁਝ ਗੱਲਾਂ ਬਣਾ ਕਰਕੇ ਉਹ ਫਿਰ ਆਪਣੇ ਆਪ ਦਾ ਬਚਾਅ ਕਰਦੇ। ਇਹਨੇ ਕੀ ਕਹਿਣਾ ਕੀਤਾ, ਇਹੀ ਕਹਿੰਦਾ ਸੀ ਕਿ ਮੈਂ ਰਿਸ਼ਤਾ ਭੇਜਿਆ ਸੀ ਤੇ ਮਹਾਰਾਜ ਜੀ ਨੇ ਰਿਸ਼ਤਾ ਨਹੀਂ ਲਿਆ, ਤੇ ਮੈਨੂੰ ਕਿਹਾ ਕਿ ਭਾਈ ਅੱਜ ਚੰਦੂ ਤਾਂ ਕੁੱਤਾ ਹੈ, ਕੁੱਤੇ ਦਾ ਰਿਸ਼ਤਾ ਮੈਨੇ ਨਹੀਂ ਲੈਣਾ। ਆਪਣੇ ਵੱਲੋਂ ਹੀ ਇਹ ਬਣਾ ਚੜਾ ਕਰਕੇ ਇਹਨੇ ਗੱਲ ਕਰ ਦਿੱਤੀ ਤੇ ਕਹਿੰਦਾ ਮਹਾਰਾਜ ਰਿਸ਼ਤਾ ਤਾਂ ਮੋੜ ਦਿੱਤਾ, ਤਾਂ ਨਾਲ ਮੈਨੂੰ ਤੁਸਾਂ ਨੇ ਕੁੱਤਾ ਬੋਲਿਆ। ਅਬ ਲੋ ਕਛੂ ਨਾ ਬਿਗੜਿਓ ਸੁਪਨੇ। ਕਹਿੰਦਾ ਮਹਾਰਾਜ ਹੁਣ ਤੱਕ ਸੁਪਨੇ ਵਿੱਚ ਵੀ ਕੁਝ ਵੀ ਨਹੀਂ ਵਿਗੜਿਆ। ਨਾਤਾ ਲੇਹ ਜਾਓ ਕਰ ਆਪਣੇ। ਕੋਈ ਗੱਲ ਨਹੀਂ ਹੈ, ਮੈਂ ਸਭ ਭੁਲਾ ਦਵਾਂਗਾ, ਸਭ ਕੰਮ ਮੈਂ ਰਫਾ ਦਫਾ ਕਰਵਾ ਦਵਾਂਗਾ, ਕਿਉਂਕਿ ਕੰਮ ਕਰਨਾ ਵੀ ਸਾਡੇ ਹੱਥ ਵਿੱਚ ਹੈ, ਕੰਮ ਵਿਗਾੜਾ ਵੀ ਕਰਨਾ ਸਾਡੇ ਹੱਥ ਦੇ ਵਿੱਚ ਹੈ। ਇਹੀ ਤਾਂ ਕੰਮ ਅਸੀਂ ਕਰਦੇ ਹਾਂ। ਕੋਈ ਮਾਇਆ ਦੇ ਦੇਵੇ, ਆਪਣਿਆਂ ਦਾ ਕੰਮ ਕਰ ਦੇਣਾ, ਤੇ ਜਿਹੜੇ ਪਰਾਏ ਹਨ ਉਹਨਾਂ ਦਾ ਕੰਮ ਵਿਗਾੜਨਾ, ਇਹ ਮੇਰਾ ਕੰਮ ਹੈ। ਇਹੀ ਤਾਂ ਰਹਿ ਕਰਕੇ ਮੈਂ ਕਰਦਾ ਜਹਾਂਗੀਰ ਦੇ ਕੋਲ।
ਕੋਈ ਨਹੀਂ, ਰਿਸ਼ਤਾ ਲੈ ਲਿਓ, ਮੈਂ ਤੁਹਾਡਾ ਕੰਮ ਕਰਾ ਦਵਾਂਗਾ, ਸਜ਼ਾ ਮਾਫ ਕਰਵਾ ਦਵਾਂਗਾ। ਨ ਤੋ ਕੂਕਰ ਭਾਖਿਓ ਜਿਮ ਜਬ ਨਹੀਂ ਤਾਂ ਜਿਸ ਤਰ੍ਹਾਂ ਤੁਸਾਂ ਨੇ ਮੈਨੂੰ ਕੁੱਤਾ ਬੋਲਿਆ ਸੀ ਨਾ, ਲਗੂ ਗੈਲ ਕੂਕਰ ਹੋਏ ਅਬ ਜਿਸ ਤਰ੍ਹਾਂ ਕੁੱਤਾ ਜਿਹੜਾ ਹੈ ਕਿਤੇ ਮਗਰ ਲੱਗ ਜਾਵੇ ਨਾ, ਉਹਦਾ ਖੈੜਾ ਨਹੀਂ ਛੱਡਦਾ, ਇਸ ਤਰ੍ਹਾਂ ਹੀ ਕੁੱਤਾ ਕਿਹਾ ਤੇ ਕੁੱਤਾ ਬਣ ਕਰਕੇ ਤੁਹਾਡੇ ਮਗਰ ਲੱਗ ਜਾਵਾਂਗਾ। ਦੇਹੁ ਜਵਾਬ ਮੈਂ ਕਰਾਂ ਉਪਾਏ। ਜੇ ਕੋਈ ਜਵਾਬ ਦਿਓਗੇ ਜਾਂ ਰਿਸ਼ਤਾ ਲੈਣਾ ਕੋਈ ਜਵਾਬ ਦਿਓ ਤੇ ਮੈਂ ਕੋਈ ਉਪਾਅ ਕਰਾਂ। ਸੌਜ ਵਿਆਹ ਕੀ ਕਹਿ ਤੁਮ ਘਾਏ। ਬਸ ਦੋ ਚੀਜ਼ਾਂ ਹਨ, ਜੇ ਤੁਸੀਂ ਕਹਿ ਦਿਓ ਰਿਸ਼ਤਾ ਰੱਖ ਲੈਣਾ ਭਾਈ, ਚੱਲ ਤੇਰੇ ਬੱਚੀ ਦਾ ਰਿਸ਼ਤਾ ਇਹ ਕਰ ਲੈਣਾ, ਤਾਂ ਮੈਂ ਮਹਾਰਾਜ ਵਿਆਹ ਦੀ ਤਿਆਰੀ ਕਰਾਂ। ਜੇ ਕਹਿ ਦਿੱਤਾ ਕਿ ਨਹੀਂ ਰਿਸ਼ਤਾ ਨਹੀਂ ਲੈਣਾ ਭਾਈ, ਰਿਸ਼ਤਾ ਤੇਰੇ ਨਾਲ ਨਹੀਂ ਕਰਨਾ, ਤਾਂ ਤੁਹਾਡੇ ਮੌਤ ਦੀ ਮੈਨੇ ਤਿਆਰੀ ਕਰਨੀ ਹੈ। ਨਿਰਭੈ ਬਾਕ ਤਬ ਸਤਿਗੁਰ ਭਾਖਾ। ਇਸ ਤਰ੍ਹਾਂ ਜਦੋਂ ਇਹਨੇ ਬਚਨ ਕੀਤਾ, ਸਤਿਗੁਰੂ ਮਹਾਰਾਜ ਨਿਰਭੀਕ ਹਨ, ਨਿਰਭਉ ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਬਚਨ ਕਿਹਾ ਹੈ। ਸੁਤਾ ਦੇਨ ਕੀ ਕਿਮਾ ਬਿਲਾਖਾ। ਸਤਿਗੁਰੂ ਜੀ ਕਹਿਣ ਲੱਗੇ, ਵਾਹ ਚੰਦੂ, ਬਹੁਤ ਕਮਾਲ ਦੀ ਗੱਲ ਕਰ ਰਿਹਾ, ਇਹ ਬੱਚੀ ਦੇਣ ਦੀ ਤੂੰ ਗੱਲ ਕੀ ਕਰ ਰਿਹਾ? ਤੂੰ ਊਚੀ ਕੁਲ ਅਹਿ ਚੁਬਾਰਾ। ਤੂੰ ਤਾਂ ਕਹਿ ਦਿੱਤਾ ਸੀ ਨਾ ਦਿੱਲੀ ਦੇ ਵਿੱਚ, ਮੈਂ ਉੱਚੀ ਕੁਲ ਉੱਚੇ ਘਰਾਣੇ ਦੇ ਵਿੱਚ ਮੇਰੀ ਬੱਚੀ, ਇਹ ਤਾਂ ਇਸ ਤਰ੍ਹਾਂ ਚੁਬਾਰੇ ਦੀ ਇੱਟ ਹੈ। ਹਮਕੋ ਮੋਰੀ ਸਰਸ ਉਚਾਰਾ। ਤੇ ਸਾਨੂੰ ਗੁਰੂ ਘਰ ਨੂੰ ਤੂੰ ਨੇ ਕਹਿ ਦਿੱਤਾ ਕਿ ਗੁਰੂ ਘਰ ਜਿਹੜਾ ਇਹ ਤਾਂ ਮੋਰੀ ਦੇ ਵੱਤ ਹੈ, ਕਿਉਂਕਿ ਬੇਨਤੀ ਦਾਸ ਨੇ ਪਹਿਲਾਂ ਹੀ ਕਰ ਦਿੱਤੀ ਸੀ। ਜਦੋਂ ਇਹਨੇ ਰਿਸ਼ਤਾ ਭੇਜਿਆ ਸੀ, ਬਾਹਮਣਾ ਨੇ ਰਿਸ਼ਤਾ ਪੱਕਾ ਕਰ ਲਿਆ, ਫਿਰ ਬਾਅਦ ਦੇ ਵਿੱਚ ਇਹਨੂੰ ਪਤਾ ਚੱਲਿਆ ਤੇ ਬਾਹਮਣਾ ਨੂੰ ਕਹਿੰਦਾ, ਬਾਹਮਣੋ ਤੁਸਾਂ ਨੇ ਤਾਂ ਸਤਿਆਨਾਸ਼ ਕਰ ਦਿੱਤਾ, ਕਿੱਥੇ ਮੇਰੀ ਬੱਚੀ ਜਿਹੜੀ ਹੈ ਚੁਬਾਰੇ ਦੀ ਇੱਟ, ਕਿੱਥੇ ਗੁਰੂ ਘਰ ਜਿਹੜਾ ਨਾਲੀ ਹੈ ਮੋਰੀ ਹੈ, ਤੁਸਾਂ ਨੇ ਚੁਬਾਰੇ ਦੀ ਇੱਟ ਜਿਹੜੀ ਹੈ ਮੋਰੀ ਨੂੰ ਲਾ ਕਰਕੇ ਆ ਗਏ। ਮੋਰੀ ਮੇਲ ਸੁਮੋਰੀ ਧਾਰਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਮੋਰੀ ਭਾਵ ਕੇ ਮੋਰੀ ਵਿੱਚ ਰਹਿਣ ਵਾਲੇ, ਉਹਨਾਂ ਦਾ ਮੋਰੀਆਂ ਦੇ ਨਾਲ, ਗੰਦਗੀ ਵਿੱਚ ਰਹਿਣ ਵਾਲੇ ਉਹਨਾਂ ਦਾ ਗੰਦਗੀ ਦੇ ਨਾਲ ਹੀ ਮੇਲ ਹੁੰਦਾ। ਮਿਲਹਿ ਚੁਬਾਰੇ ਸੰਗ ਚੁਬਾਰਾ। ਤੂੰ ਕਹਿੰਦਾ ਸੀ ਨਾ ਤੂੰ ਚੁਬਾਰੇ ਰਹਿਣ ਵਾਲਾ, ਹੁਣ ਵੀ ਤੈਨੂੰ ਅਸੀਂ ਕਹਿੰਦੇ ਹਾਂ। ਸਮਸੋ ਮਿਲਨ ਭਇਓ ਸਭ ਲਹਿ। ਕਿਉਂਕਿ ਰਿਸ਼ਤਾ ਜਿਹੜਾ ਸਮਾਨ ਜਿਹੜੇ ਬੰਦੇ ਹੁੰਦੇ ਹਨ, ਉਹਨਾਂ ਦੇ ਨਾਲ ਰਿਸ਼ਤਾ ਜਦੋਂ ਆਪਾਂ ਕਰਦੇ ਹਾਂ ਤਾਂ ਗੱਲ ਬਣਦੀ। ਅੰਤਰ ਬਹੁਤ ਹਮਾਰ ਤੁਮਾਰਾ। ਤੇਰਾ ਤੇ ਸਾਡਾ ਅੰਤਰ ਤਾਂ ਬਹੁਤ ਜ਼ਿਆਦਾ ਹੈ, ਕਿਉਂਕਿ ਤੇਰੇ ਕਹੇ ਮੁਤਾਬਕ ਕਿੱਥੇ ਚੁਬਾਰਾ ਤੇ ਕਿੱਥੇ ਅਸੀਂ ਮੋਰੀ ਹਾਂ। ਕਿਤ ਮੋਰੀ ਕਿਤ ਹੋਏ ਚੁਬਾਰਾ। ਕਿੱਥੇ ਮੋਰੀ ਤੇ ਕਿੱਥੇ ਚੁਬਾਰਾ, ਭਾਵ ਕਿ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਕਦੇ ਜ਼ਮੀਨ ਤੇ ਅਸਮਾਨ ਥੋੜੀ ਮਿਲ ਸਕਦੇ। ਕਹਿਓ ਨ ਕੂਕਰ ਜੇ ਤੈ ਲਹਿਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਭਾਈ ਅਸੀਂ ਕਿਹਨੂੰ ਕੁੱਤਾ ਆਦਿਕ ਨਹੀਂ ਬੋਲਦੇ, ਤੈਨੂੰ ਵੀ ਨਹੀਂ ਬੋਲਤਾ, ਸਿੱਖਾਂ ਨੇ ਤੈਨੂੰ ਕੁੱਤਾ ਬੋਲਿਆ। ਸਿੱਖ ਹਮ ਏਕ ਰੂਪ ਹੈ ਸਦਾ। ਸਿੱਖ ਦੇ ਵਿੱਚ ਸਾਡੇ ਵਿੱਚ ਕੋਈ ਫਰਕ ਨਹੀਂ ਹੈ, ਅਸੀਂ ਇੱਕੋ ਹੀ ਰੂਪ ਹਾਂ। ਜੇ ਸਿੱਖ ਨੇ ਕਹਿ ਦਿੱਤਾ ਤੇ ਜਾਣ ਲੈ ਕਿ ਸਿੱਖ ਦੇ ਵਿੱਚ ਵੀ ਤਾਂ ਗੁਰੂ ਵਸਦਾ, ਗੁਰੂ ਨਹੀਂ ਤੈਨੂੰ ਕਿਹਾ, ਸਮਝ ਲੈ। ਸੁਨ ਮਨ ਜਰਿਓ ਜਰਿਓ ਨਹਿ ਬੈਨ। ਸੁਣ ਕਰਕੇ ਬਹੁਤ ਜ਼ਿਆਦਾ ਸੜ ਬੜ ਗਿਆ, ਮਹਾਰਾਜ ਜੀ ਦਾ ਬਚਨ ਜਰਿਆ ਨਹੀਂ ਗਿਆ। ਪੂਰ ਪਸਾਰੇ ਲਾਲ ਜੀ ਨੇ। ਬਹੁਤ ਗੁੱਸੇ ਵਿੱਚ ਆ ਕਰਕੇ ਅੱਖਾਂ ਨੂੰ ਇਹਨੇ ਲਾਲੋ ਲਾਲ ਕਰ ਲਿਆ ਹੈ। ਨਿਕਟ ਬੁਲਾਏ ਆਪਨ ਸਿਪਾਹੀ। ਤੁਰੰਤ ਪਾਪੀ ਨੇ ਆਪਣੇ ਸਿਪਾਹੀਆਂ ਨੂੰ ਲਾਗੇ ਬੁਲਾਇਆ। ਜਲ ਭੋਜਨ ਪਹੁੰਚਨ ਦੇਹੁ ਨਾਹੀ। ਕਹਿੰਦਾ ਕਿ ਭਾਈ ਸ਼੍ਰੀ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅੱਜ ਤੋਂ ਬਾਅਦ ਨਾ ਪ੍ਰਸ਼ਾਦਾ ਦੇਣਾ, ਨਾ ਜਲ ਦੇਣਾ। ਜਬ ਲਾਗਹਿਗੀ ਤ੍ਰਿਖਾ ਮਹਾਨੀ। ਜਦੋਂ ਇਹਨਾਂ ਨੂੰ ਬਹੁਤ ਜ਼ਿਆਦੀ ਤ੍ਰਿਖਾ ਪਿਆਸ ਲੱਗੇਗੀ। ਦੇ ਗਿਨ ਲਾਖ ਦੇਹੁ ਤਬ ਪਾਨੀ। ਜਦੋਂ ਇਹਨਾਂ ਨੇ ਕਹਿਣਾ ਕਿ ਭਾਈ ਤ੍ਰੇ ਲੱਗੀ ਆ ਜਲ ਦਿਓ, ਤਾਂ ਬੋਲਣਾ ਕਿ 1 ਲੱਖ ਰੁਪਈਆ ਦਿਓ ਤਾਂ ਤੁਹਾਨੂੰ ਪਾਣੀ ਦਿੱਤਾ ਜਾਵੇਗਾ। ਵਿਆਕੁਲ ਹੋਏ ਸ਼ੁਦਤ ਬਹੁ ਜਬੈ। ਜਦੋਂ ਵਿਆਕੁਲ ਹੋ ਕਰਕੇ ਪ੍ਰਸ਼ਾਦੇ ਦੀ ਇਹਨਾਂ ਨੇ ਮੰਗ ਕਰਨੀ ਹੈ, ਦੇਹੁ ਲਾਖ ਦੇਹੁ ਭੋਜਨ ਤਬੈ। ਤਾਂ ਕਹਿਣਾ ਕਿ ਮਹਾਰਾਜ 1 ਲੱਖ ਰੁਪਈਆ ਦਿਓ ਤਾਂ ਤੁਹਾਨੂੰ ਪ੍ਰਸ਼ਾਦਾ ਪ੍ਰਾਪਤ ਹੋਵੇਗਾ। ਨਿੰਦਰਾ ਤੇਜਬ ਸੁਪਤੰਚ ਹੈ। ਬਸ ਪਿਆਰਿਓ, ਇਸ ਤੋਂ ਇਹਨੇ ਬਹੁਤ ਵੱਧ ਕਰ ਦਿੱਤਾ, ਪ੍ਰਸ਼ਾਦਾ ਪਾਣੀ ਤੋਂ ਵਿਵਰਜਿਤ ਕਰ ਦਿੱਤਾ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਲੰਬੇ ਵਿਸ਼ਰਾਮ ਵੀ ਨਹੀਂ ਕਰ ਸਕਦੇ। ਜੇ ਇਹ ਲੰਬੇ ਪੈ ਗਏ ਤੇ ਬਰਸ਼ਿਆਂ ਦੇ ਨਾਲ ਖੋਬ ਕਰਕੇ ਮਾਰ ਕਰਕੇ ਇਹਨਾਂ ਨੂੰ ਉਠਾਉਣਾ। ਜੇ ਸਤਿਗੁਰੂ ਮਹਾਰਾਜ ਅੱਗੋਂ ਬੋਲਣ ਕਿ ਭਾਈ ਬਹੁਤ ਨਿੰਦਰਾ ਆਈ ਹੈ, ਮੈਨੂੰ ਵਿਸ਼ਰਾਮ ਕਰਨ ਦਿਓ, ਤਾਂ ਫਿਰ ਕਹਿਣਾ ਕਿ 1 ਲੱਖ ਰੁਪਏ ਦਿਓ
ਤਾਂ ਮਹਾਰਾਜ ਤੁਹਾਨੂੰ ਸੌਣ ਦੇਣਾ ਹੈ। ਦੇਹ ਲੱਖ ਤੋ ਸੋਵਨ ਲਹਿ 1 ਲੱਖ ਰੁਪਈਆ ਲੈ ਕਰਕੇ ਇਹਨਾਂ ਨੂੰ ਸੌਣ ਦੇਣਾ ਹੈ, ਭਾਵ ਕਿ ਵਿਸ਼ਰਾਮ ਦੀ ਆਗਿਆ ਦੇਣੀ। ਇਸਕੇ ਮਨ ਮਹਿ ਅਤ ਅਹੰਕਾਰ ਨਾਲ ਆਪਣੇ ਸਿਪਾਹੀਆਂ ਨੂੰ ਕਹਿੰਦਾ, ਸਿਪਾਹੀਓ ਤੁਹਾਨੂੰ ਪਤਾ ਨਹੀਂ ਹੈ, ਇਹਨਾਂ ਦੇ ਸਾਧਾਂ ਦਾ ਲਿਬਾਸ ਵੇਖ ਕਰਕੇ ਤੁਸੀਂ ਭਰਮਿਤ ਨਾ ਹੋ, ਇਹ ਇਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਅਹੰਕਾਰ ਬੈਠਿਆ ਹੋਇਆ। ਨਿਮਹ ਨਹੀਂ ਅਬ ਕਰਉ ਸੰਘਾ ਜੇ ਮੇਰੇ ਅੱਗੇ ਇਹ ਨਹੀਂ ਚੁੱਕਦੇ ਤੇ ਇਹਨਾਂ ਦਾ ਪਾਲਾ ਚੰਦੂ ਦੇ ਨਾਲ ਪਿਆ, ਚੰਦੂ ਨੇ ਇਹਨਾਂ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਇੰਜ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਆ ਕਰਕੇ ਇਹਨੇ ਗਿੱਦੜ ਭਪਕੀ ਦਿੱਤੀ। ਇੱਕ ਬਾਤ ਕੋ ਨਿਸ਼ਚੈ ਮਾਨ ਫਿਰ ਕਹਿੰਦਾ ਸਤਿਗੁਰੂ ਮਹਾਰਾਜ, ਇੱਕ ਗੱਲ ਦਾ ਤੁਸੀਂ ਪੱਕਾ ਨਿਸ਼ਚਾ ਕਰ ਲਿਓ, ਕਹਿ ਲਿਹੁ ਨਾਤਾ ਕਹਿ ਦਿਹੁ ਪ੍ਰਾਨ, ਕਿਉਂਕਿ ਹੁਣ ਤੁਸੀਂ ਮੇਰੀ ਗਿਰਫਤ ਦੇ ਵਿੱਚ ਹੈ, ਮੇਰੇ ਚੰਗੁਲ ਦੇ ਵਿੱਚ ਹੈ। ਜਾਂ ਤਾਂ ਨਾਤਾ ਮੰਨ ਲਿਓ, ਵਿਆਹ ਦੀ ਸ਼ਾਦੀ ਦਾ ਜੋ ਸਮਾਨ ਹੈ, ਭਾਵ ਕਿ ਉਹਦੀ ਤਿਆਰੀ ਦੀ ਮੈਂ ਆਰਾਮਤਾ ਕਰ ਦਵਾਂਗਾ। ਜੇ ਰਿਸ਼ਤਾ ਮੋੜ ਦਿੱਤਾ ਤਾਂ ਮਹਾਰਾਜ ਮਰਨ ਵਾਸਤੇ ਤਿਆਰ ਹੋ ਜਾਓ। ਸੁਨ ਸਤਿਗੁਰ ਤਬਾਕ ਅਲਾਵੇ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਬਚਨ ਕੀਤਾ। ਅਬ ਤੇ ਸੁਪਤ ਨਾ ਪੀ ਨਾ ਖਾਵੇ ਸਤਿਗੁਰੂ ਜੀ ਕਹਿਣ ਲੱਗੇ, ਪਾਪੀਆ ਤੂੰ ਕੀ ਕਹਿੰਦਾ ਕਿ ਭਾਈ ਪ੍ਰਸ਼ਾਦਾ ਨਹੀਂ ਛਕਣ ਦੇਣਾ, ਜਲ ਨਹੀਂ ਛਕਣ ਦੇਣਾ, ਵਿਸ਼ਰਾਮ ਨਹੀਂ ਕਰਨ ਦੇਣਾ। ਤੂੰ ਤਾਂ ਬਾਅਦ ਵਿੱਚ ਕਹਿ ਦਿੱਤਾ, ਅਸੀਂ ਤੈਨੂੰ ਪਹਿਲਾਂ ਕਹਿ ਦਿੰਦੇ ਹਾਂ ਨਹੀਂ ਛਕਣਾ ਹੈ। ਬੈਠੇ ਰਹੇ ਏਕ ਹੀ ਥਾ ਬਸ ਇੱਕੋ ਅਸਥਾਨ ਤੇ ਚੌਕੜਾ ਮਾਰ ਕਰਕੇ ਅਸਾਂ ਨੇ ਲਗਾਤਾਰ ਬੈਠੇ ਰਹਿਣਾ। ਕਰਹੁ ਜਥਾ ਕਰਬੇ ਮਨ ਜਾ ਜਿਸ ਤਰ੍ਹਾਂ ਤੇਰੇ ਮਨ ਵਿੱਚ ਆਉਂਦਾ ਨਾ, ਅਸੀਂ ਤੇਰੇ ਅੱਗੇ ਅਰਜ਼ੋਈ ਨਹੀਂ ਕਰਦੇ, ਨਹੀਂ ਝੁਕਦੇ ਹਨ। ਜਿਸ ਤਰ੍ਹਾਂ ਤੇਰੇ ਮਨ ਵਿੱਚ ਆਉਂਦਾ, ਜੋ ਤੂੰ ਦੁਸ਼ਟਤਾਈ ਕਰਨਾ ਚਾਹੁੰਦਾ, ਬੇਸ਼ੱਕ ਤੂੰ ਉਹ ਸਾਰਾ ਕੰਮ ਕਰ ਲੈ। ਅਪਰ ਕਠੋਰ ਸੋ ਦੁਸ਼ਟ ਬਖਾਨਾ ਅਪਰ ਕਠੋਰ ਸੋ ਦੁਸ਼ਟ ਬਖਾਨਾ। ਇਹ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਆ ਦੁਸ਼ਟ ਜਿਹੜਾ ਹੈ ਬਹੁਤ ਕਠੋਰਤਾਈ ਦੇ ਨਾਲ ਇਹਨੇ ਬਚਨ ਕੀਤਾ। ਕਰੇ ਸਿਪਾਹੀ ਗਨ ਸਾਵਧਾਨ ਸਾਰੇ ਸਿਪਾਹੀਆਂ ਨੂੰ ਇਹਨੇ ਸਾਵਧਾਨ ਕਰ ਦਿੱਤਾ ਹੈ। ਖੜੇ ਰਹੋ ਰਾਖੋ ਤਕਰਾਈ ਸਿਪਾਹੀਆਂ ਨੂੰ ਕਹਿੰਦਾ, ਸਿਪਾਹੀਓ ਮੈਂ ਤੁਹਾਨੂੰ ਦੱਸਦਾ, ਖੜੇ ਰਹਿ ਕਰਕੇ ਤਕੜਾਈ ਦੇ ਨਾਲ ਪੈਰਾ ਦਿਓ। ਨਾਹਿ ਨਾ ਖਾਏ ਪੀਏ ਸੁਪਤਾਈ ਪੂਰਾ ਪ੍ਰਬੰਧ ਕਰਨਾ ਕਰੋ, ਇਹ ਪ੍ਰਸ਼ਾਦਾ ਨਾਸ਼। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸਾ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀਹੋ ਅਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਬ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।